ਸਵਾਗਤ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸਰਦਾਰ ਗੁਰਚਰਨਜੀਤ ਸਿੰਘ ਲਾਂਬਾ, ਉੱਘੇ ਸਿੱਖ ਸਕਾਲਰ। ਦਿੱਲੀ ਵੱਲ ਪੰਜਾਬੀਆਂ ਦੀ ਚੜ੍ਹਾਈ, ਸਿੱਖਾਂ ਦੀ ਚੜ੍ਹਾਈ ਕੋਈ ਪਹਿਲੀ ਵਾਰ ਨਹੀਂ, ਇਤਿਹਾਸ ਭਰਿਆ ਪਿਆ ਘਟਨਾਵਾਂ ਦਾ। ਔਰ ਲਗਭਗ 18 ਵਾਰ ਸਾਡੇ ਪੁਰਖੇ ਇਹਨਾਂ ਰਾਹਾਂ ਤੇ ਨਿਕਲੇ, ਪ੍ਰਾਪਤੀਆਂ ਵੱਡੀਆਂ ਨੇ। ਅੱਜ ਇਤਿਹਾਸ ਦੇ ਉਹਨਾਂ ਝਰੋਖਿਆਂ 'ਚ ਝਾਕਣ ਦਾ ਯਤਨ ਕਰਾਂਗੇ ਔਰ ਮੁੜ ਸੰਜੀਵ ਕਰਾਂਗੇ ਉਹਨਾਂ ਚੀਜ਼ਾਂ ਨੂੰ। ਲੇਕਿਨ ਮੈਂ ਲਾਂਬਾ ਸਾਹਿਬ ਸਭ ਤੋਂ ਪਹਿਲਾਂ ਸ਼ੁਰੂਆਤ ਕਰਨੀ ਚਾਹੂੰਗਾ ਕਿ 65 ਦੀ ਜੰਗ ਦਾ ਮੰਜ਼ਰ ਹੈ ਔਰ ਜਨਰਲ ਹਰਬਖਸ਼ ਸਿੰਘ ਜਿਹੜੇ ਕਿ ਨਾਇਕ ਨੇ ਸਾਡੇ, ਜਿਨ੍ਹਾਂ ਨੇ ਭਾਰਤੀ ਫੌਜ ਦੇ ਮੁਖੀ ਵੱਲੋਂ ਖੇਮਕਰਨ ਸੈਕਟਰ ਤੋਂ ਪਿਛਾਂ ਫੌਜ ਨੂੰ ਰੀਅਲਾਈਨ ਕਰਨ ਲਈ ਕਹਿਤਾ ਬਿਆਸ ਦੇ ਪਿੱਛੇ, ਲੇਕਿਨ ਉਹ ਮੰਨੇ ਨਹੀਂ ਸੀ। ਇਹ ਵੱਡੀ ਘਟਨਾ ਇਤਿਹਾਸ ਦੇ ਵਿੱਚ, ਔਰ ਉਹ ਗੱਲਾਂ ਅੱਗੇ ਜਾ ਕੇ ਕਰਦੇ ਆ। ਲੇਕਿਨ ਜਨਰਲ ਹਰਬਖਸ਼ ਸਿੰਘ ਲਾਂਬਾ ਸਾਹਿਬ ਨਾਲ ਮੁਲਾਕਾਤ ਕਰਦੇ ਨੇ ਫੌਤ ਹੋਣ ਤੋਂ ਪਹਿਲਾਂ, ਕੁਝ ਦਿਲਚਸਪ ਘਟਨਾਵਾਂ ਸਾਂਝੀਆਂ ਕਰਕੇ ਗਏ। ਮੈਨੂੰ ਲਾਂਬਾ ਸਾਹਿਬ ਉਹ ਘਟਨਾ ਦੱਸਿਓ ਕਿ ਜਦੋਂ ਉਹ ਟਰੈਵਲ ਕਰ ਰਹੇ ਸੀ ਜੰਗ ਦੌਰਾਨ ਆਪਣੀ ਜੀਪ ਤੇ, ਆਪਣੇ ਜੌਂਗੇ ਤੇ, ਔਰ ਰਸਤੇ ਦੇ ਵਿੱਚ ਖੇਤਾਂ 'ਚ ਇੱਕ ਟੈਂਕ ਸੜ ਰਿਹਾ ਸੀ, ਲੇਕਿਨ ਲਾਗੇ ਹੀ ਇੱਕ ਹਾਲੀ ਪੰਜਾਬ ਦਾ ਕਿਸਾਨ ਢੋਲੇ ਮਾਈਏ ਗਾਉਂਦਾ ਹਲ ਵਾਹੀ ਜਾਂਦਾ ਸੀ। ਜਦੋਂ ਉਹਨਾਂ ਨੂੰ ਖਿੱਚ ਚੜੀ, ਉਹਨਾਂ ਆਪ ਦੱਸਿਆ ਤੁਹਾਨੂੰ ਕਿ ਉਹ ਉਤਰ ਕੇ ਉਹਦੇ ਕੋਲ ਗਏ, ਤੇ ਉਹ ਮੈਨੂੰ ਘਟਨਾ ਦੱਸਿਓ। ਦੋਸਤੋ, ਘਟਨਾਵਾਂ ਦਾ ਇੱਕ ਸਿਲਸਿਲਾ ਬਣਾਉਣ ਲੱਗੇ ਆ ਜਿਹਦੇ ਵਿੱਚ ਇਤਿਹਾਸ ਦਾ ਉਹ ਹਰ ਨੁੱਕਰ ਉਖੂੰਜਾ ਫਰੋਲਣ ਦਾ ਯਤਨ ਕਰਾਂਗੇ। ਮੈਨੂੰ ਇਹ ਘਟਨਾ ਤੋਂ ਸ਼ੁਰੂ ਕਰਿਓ ਜ਼ਰਾ। ਜੀ ਰੰਧਾਵਾ ਸਾਹਿਬ, ਬਹੁਤ ਮਿਹਰਬਾਨੀ ਤੁਸੀਂ ਪੰਜਾਬ ਨਾਲ ਜੋੜਨ ਲਈ। ਤੇ ਬੜਾ ਫਖਰ ਮਹਿਸੂਸ ਹੁੰਦਾ ਹੈ ਜਦੋਂ ਕਿਸੇ ਫੌਜੀ ਨੂੰ ਦੇਖੀਦਾ, ਜਦੋਂ ਉਸਦੀ ਡੈਡੀਕੇਸ਼ਨ, ਉਸਦੀ ਇਮਾਨਦਾਰੀ, ਉਸਦੀ ਕਰਜ, ਉਸਦਾ ਕਰੈਕਟਰ, ਉਸਦਾ ਆਚਰਣ ਜਦੋਂ ਨਜ਼ਰ ਆਉਂਦਾ ਹੈ। ਸ਼ਾਇਦ ਕਾਰਨ ਇਹ ਹੈ ਕਿ ਮੇਰੇ ਪਿਤਾ ਜੀ ਵੀ ਉਹ 5 ਭਰਾ ਫੌਜ ਵਿੱਚ ਸੀਗੇ, ਸ਼ਾਇਦ ਉਸਦੇ ਕਰਕੇ ਕੁਛ ਅੰਦਰੋਂ ਵੜਦੀ ਹੈ ਗੱਲ। ਮੇਰੇ ਮਨ 'ਚ ਬੜਾ ਚਾਅ ਸੀਗਾ ਕਿ ਜਨਰਲ ਹਰਬਖਸ਼ ਸਿੰਘ ਉਹਨਾਂ ਦੇ ਦਰਸ਼ਨ ਕੀਤੇ ਜਾਣ, ਤੇ ਲੱਭਦਿਆਂ ਲਵਾਂਦਿਆਂ ਉਹਨਾਂ ਦਾ ਪਤਾ ਮਿਲਿਆ ਔਰ ਫਿਰ ਵਸੰਤ ਕੁੰਜ ਦਿੱਲੀ ਦੇ ਵਿੱਚ ਸਨ। ਦੇਖ ਕੇ ਹੀ ਉਹਨਾਂ ਦਾ ਰੂਹ ਖੁਸ਼ ਹੋ ਗਈ। ਲੰਬੇ ਉੱਚੇ ਸਰਦਾਰ ਬਡਰੁੱਖਾਂ ਦੇ, ਮਹਾਰਾਜਾ ਰਣਜੀਤ ਸਿੰਘ ਦੇ ਪਿੰਡ ਵਿੱਚ ਜੰਮੇ ਹੋਏ ਉਹ ਜਨਰਲ ਹਰਬਖਸ਼ ਸਿੰਘ। ਔਰ ਉਹਨਾਂ ਦੀ ਗੱਲ ਕਰਨ ਤੋਂ ਪਹਿਲੇ ਮੈਨੂੰ ਇੱਕ ਗੱਲ ਕਹਿ ਲੈਣ ਦੇ ਵਿੱਚ ਕੋਈ ਗੁਰੇਜ਼ ਨਹੀਂ ਹੈ। ਮੈਨੂੰ ਬਿਲਕੁਲ, ਮੈਂ ਬੜੀ ਜ਼ਿੰਮੇਵਾਰੀ ਨਾਲ ਕਹਿ ਸਕਦਾ, ਸ਼ਾਇਦ ਜਿੰਨੀ ਕੰਟਰੀਬਿਊਸ਼ਨ, ਜਿੰਨੀ ਦੇਣ ਬਾਬਾ ਅਕਾਲੀ ਫੂਲਾ ਸਿੰਘ ਤੇ ਬਾਬਾ ਦੀਪ ਸਿੰਘ ਦੀ ਹੈ, ਉਸ ਤੋਂ ਘੱਟ ਇਸ ਸਿੱਖ ਜਰਨੈਲ ਦੀ ਨਹੀਂ ਹੈਗੀ। ਜਨਰਲ ਹਰਬਖਸ਼ ਸਿੰਘ ਦੀ ਬਦੌਲਤ ਅਗਰ ਹਿੰਦੁਸਤਾਨ ਦਾ ਨਕਸ਼ਾ ਹੈ, ਅਗਰ ਇਹ ਅੱਜ ਕਾਇਮ ਹੈ, ਸ਼ਾਇਦ ਇਹ ਜਨਰਲ ਹਰਬਖਸ਼ ਸਿੰਘ ਦੀ ਬਦੌਲਤ ਹੈ। 1965 ਦੀ ਜਿਹੜੀ ਜੰਗ ਸੀ, ਜਿਸ ਨੂੰ ਇੰਡੋ ਪਾਕ ਕਨਫਲਿਕਟ ਕਿਹਾ ਗਿਆ, ਔਰ ਉਸ ਜੰਗ ਦੇ ਦੌਰਾਨ ਉਹਨਾਂ ਨੇ ਕਿਸ ਤਰ੍ਹਾਂ ਉਸ ਜੰਗ ਨੂੰ ਜਿੱਤਿਆ, ਕਿਵੇਂ ਖੇਮਕਰਨ ਨੂੰ ਪੈਟਰਨ ਟੈਂਕ ਦਾ ਕਬਰਸਤਾਨ ਬਣਿਆ, ਇਹ ਇੱਕ ਬੜੀ ਕਮਾਲ ਦੀ ਉਹਨਾਂ ਦੀ ਗੱਲ ਸੀ, ਔਰ ਜਿਹੜੀਆਂ ਉਹਨਾਂ ਦਾ ਸਾਰਾ ਰਿਕਾਰਡ ਮੌਜੂਦ ਹੈ। ਜਨਰਲ ਹਰਬਖਸ਼ ਸਿੰਘ ਦੱਸ ਰਹੇ ਸਨ ਕਿ ਜਦੋਂ ਲੜਾਈ ਲੱਗੀ ਹੋਈ ਸੀ ਤਾਂ ਉਸ ਵੇਲੇ ਮੈਂ ਜੀਪ ਦੇ ਉੱਤੇ ਸੀਗਾ, ਔਰ ਬਿਲਕੁਲ ਫਰੰਟ ਦੇ ਉੱਤੇ ਜਦੋਂ ਮੈਂ ਜਾ ਰਿਹਾ ਸੀ ਤਾਂ ਉਹ ਜਨਰਲ ਹਰਬਖਸ਼ ਸਿੰਘ ਕਹਿਣ ਲੱਗੇ ਕਿ ਮੈਂ ਦੇਖਿਆ ਖੇਤਾਂ ਦੇ ਵਿੱਚ ਇੱਕ ਟੈਂਕ ਸੜ ਰਿਹਾ ਸੀ, ਤੇ ਉਹਦੇ ਨਾਲ ਹੀ ਇੱਕ ਸਿੱਖ ਨੌਜਵਾਨ 18-19 ਸਾਲ ਦਾ ਉਹ ਹਲ ਵਾਹ ਰਿਹਾ ਸੀ। ਜਨਰਲ ਸਾਹਿਬ ਕਹਿਣ ਲੱਗੇ ਮੇਰੇ ਕੋਲ ਰਿਹਾ ਨਹੀਂ ਗਿਆ, ਮੈਂ ਜੀਪ ਤੋਂ ਉਤਰਿਆ ਤੇ ਉਹਦੇ ਕੋਲ ਜਾ ਕੇ ਕਿਹਾ, ਆਪਣੇ ਅੰਦਾਜ਼ ਵਿੱਚ ਕਹਿਣ ਲੱਗੇ, ਕਹਿੰਦੇ ਮੈਂ ਉਹਨੂੰ ਕਿਹਾ ਤੈਨੂੰ ਸ਼ਰਮ ਨਹੀਂ ਆਉਂਦੀ, ਦੇਖ ਰਹੇ ਇੱਥੇ ਟੈਂਕ ਸੜ ਰਿਹਾ, ਹੁਣੇ ਅੱਗ ਲੱਗੀ ਹੋਈ ਹੈ, ਇਹ ਟੈਂਕ ਫਟ ਜਾਣਾ ਤੇ ਮਾਰੇ ਜਾਓਗੇ। ਤਾਂ ਉਸ ਨੌਜਵਾਨ ਨੇ ਜਿਸ ਅੰਦਾਜ਼ ਵਿੱਚ ਕਿਹਾ, ਉਸ ਬੇਪਰਵਾਹੀ ਦੇ ਅੰਦਾਜ਼ ਵਿੱਚ ਕਹਿਣ ਲੱਗਾ, ਤੂੰ ਜੱਟ ਹੈ, ਤੂੰ ਜੱਟ ਹੁੰਦਾ, ਤੈਨੂੰ ਨਹੀਂ ਪਤਾ ਇਹ ਅਗਰ ਵੱਤਰ ਬੀਜ ਗਿਆ ਤੇ ਇਹ ਫਸਲ ਜਿਹੜੀ ਹੈ ਜ਼ਮੀਨ ਪੱਥਰ ਹੋ ਜਾਊ, ਕਹਿੰਦਾ ਤੁਹਾਡਾ ਤੇ ਰੋਜ਼ ਦਾ ਕੰਮ ਹੈਗਾ। ਸੋ ਇਹ ਜਿਹੜੀ ਸਪਿਰਿਟ ਹੈਗੀ ਹੈ, ਇਹ ਜਿਹੜੇ ਪੰਜਾਬ ਮੌਤ ਨੂੰ ਮਖੌਲਾਂ ਕਰਨ, ਮੌਤ ਨੂੰ ਮਖੌਲਾਂ ਕਰਨ, ਇਹ ਜਿਹੜੀ ਚੀਜ਼ ਜਿਹੜੀ ਮਿਲੀ ਹੈ, ਇਹ ਕੌਮ ਦੀ ਇੱਕ ਅਜੀਬ ਵਿਰਾਸਤ ਹੈ, ਔਰ ਜਿਹੜੀ ਅੱਜ ਤੱਕ ਚੱਲਦੀ ਆ ਰਹੀ ਹੈ। ਬਿਲਕੁਲ ਆਪਣੀ ਧੁਨ ਦੇ ਪੱਕੇ ਹੋਣਾ, ਆਪਣੇ ਕੰਮ ਨੂੰ ਪਹਿਲ, ਔਰ ਉਹਨਾਂ ਨੂੰ ਪਤਾ ਹੈ ਕਿ ਕਹਿੰਦੇ ਨਾ ਜੀ, ਵੱਤਰ ਦਾ ਚਲੇ ਜਾਣਾ, ਵੱਤਰ ਸਾਂਭਣਾ, ਇਹ ਸ਼ਬਦ ਨੇ ਕਿ ਮੌਕੇ ਦੀ ਸੱਟ ਬੜੀ ਜ਼ਰੂਰੀ ਹੈ। ਜੇਕਰ ਤੁਸੀਂ ਵੱਤਰ ਨਹੀਂ ਸਾਂਭਦੇ ਤੇ ਤੁਸੀਂ ਬਹੁਤ ਪਿੱਛੇ ਪੈ ਜਾਂਦੇ ਹੋ। ਸੋ ਪੰਜਾਬੀਆਂ ਨੂੰ ਵੱਤਰ ਸਾਂਭਣਾ ਆਉਂਦਾ, ਜਦੋਂ ਹਾਕਮ ਅੰਨੇ ਹੋ ਜਾਂਦੇ ਆ ਇਹ ਤੁਰਦੇ। ਮੈਨੂੰ ਉਹ ਵੀ ਘਟਨਾ ਸਾਹਿਬ
ਜੀ ਉਹ ਵੀ ਰੰਧਾਵਾ ਘਟਨਾ ਸਾਹਿਬ, ਇਹਦੇ 'ਚ ਮੈਂ ਇੱਕ ਗੱਲ ਹੋਰ ਕਹਿਣੀ ਚਾਹਾਂਗਾ। ਜੀ 72 ਨੂੰ ਗੁਰਬਾਣੀ ਨੇ ਵੀ ਕਿਹਾ ਹੈ ਹਾਂ ਕਿ ਗੁਰਬਾਣੀ ਨੇ ਵੀ ਕਿਹਾ ਕਿ ਹੁਣ ਤੁਸੀਂ ਅੰਮ੍ਰਿਤ ਵੇਲੇ ਵੱਤੇ ਕਾ ਬੀਜਿਆ, ਜੇ 72 ਦੇ ਉੱਤੇ ਨਹੀਂ ਬੀਜਿਆ ਜਾਏਗਾ ਨਾਮ, ਤੇ ਉਹ ਵੀ ਫਸਲ ਨਹੀਂ ਉੱਗੇਗੀ। ਇਹਦੇ ਨਾਲ ਜੋੜਿਆ ਗੁਰੂ ਸਾਹਿਬ ਨੇ ਵੀ ਅੱਛਾ 72 ਮੈਨੂੰ ਨੂੰ। ਮੈਨੂੰ ਮੈਨੂੰ ਉਹ ਵੀ ਘਟਨਾ ਦੱਸੋ ਜਿਹੜੀ ਤੁਹਾਨੂੰ ਇੱਕ ਬ੍ਰਿਗੇਡੀਅਰ ਨੇ ਅਮਰੀਕਾ ਦੇ ਕਿਸੇ ਗੁਰੂ ਘਰ ਦੇ ਵਿੱਚ ਸੁਣਾਈ ਸੀ ਕਿ ਪੰਜਾਬੀਆਂ ਦਾ ਸੁਭਾਅ ਬੜਾ ਅਜੀਬ ਆ। ਮੈਨੂੰ ਨਹੀਂ ਸਮਝ ਆਇਆ ਜਦੋਂ ਉਹ ਦੱਸਦੇ ਸੀਗੇ ਕਿ ਜੰਗ ਦੇ ਦੌਰਾਨ ਉਹ ਬ੍ਰਿਗੇਡੀਅਰ ਆਪਣੇ ਅਫਸਰਾਂ ਨੂੰ ਟ੍ਰੇਨਿੰਗ ਦੇ ਰਹੇ ਸੀ, ਬੋਰਡ ਲਾ ਕੇ ਬੋਰਡ ਦੇ ਉੱਤੇ ਨਕਸ਼ਾ ਸਮਝਾ ਰਹੇ ਸੀ ਤੇ ਇੱਕ ਮੋਢੇ ਤੇ ਹਲ ਰੱਖੀ, ਕਿਸਾਨ ਆ ਕੇ ਉਹਨਾਂ ਨੂੰ ਜੋ ਕਹਿੰਦਾ ਹੈ, ਉਹ ਵੀ ਜਰਾ ਚਿੱਤਰ ਸਿਰਜਿਓ, ਦ੍ਰਿਸ਼ ਬਣਾਇਓ। ਜੀ ਜੀ। ਤੇ ਇਹ ਸਾਰੇ ਜਿੰਨੇ ਹੈਗੀਆਂ ਨਿੱਕੀਆਂ ਨਿੱਕੀਆਂ ਘਟਨਾਵਾਂ ਹੈਗੀਆਂ, ਇਹ ਉਸ ਆਚਰਣ ਦੀ ਗੱਲ ਕਰਦੇ ਆ, ਉਸ ਦਲੇਰੀ ਦੀ, ਉਸ ਬੁਲੰਦੀ ਦੀ ਗੱਲ ਕਰਦੇ ਆ। ਸੋ ਬ੍ਰਿਗੇਡੀਅਰ ਸਾਹਿਬ ਦੱਸ ਰਹੇ ਸਨ ਕਿ ਮੈਂ ਫਰੰਟ ਦੇ ਉੱਤੇ ਸੀਗਾ ਔਰ ਸੜਕ ਦੇ ਕਿਨਾਰੇ ਲਾਂਭੇ ਖੇਤਾਂ ਦੇ ਵਿੱਚ, ਕਹਿੰਦੇ ਮੈਂ ਬਲੈਕ ਬੋਰਡ ਦੇ ਉੱਤੇ ਮੈਂ ਲਿਖ ਰਿਹਾ ਸੀ ਤੇ ਅਫਸਰ ਮੇਰੇ ਥੱਲੇ ਬੈਠੇ ਸੀ ਤੇ ਮੈਂ ਉਹਨਾਂ ਨੂੰ ਸਮਝਾ ਰਿਹਾ ਸੀ। ਤੇ ਇੰਨੇ ਨੂੰ ਇੱਕ ਹਾਲੀ ਉੱਥੋਂ ਲੰਘਿਆ, ਨੌਜਵਾਨ ਮੁੰਡਾ ਸੀ, ਤੇ ਉਹਨੇ ਹਲ ਮੋਢੇ ਤੇ ਪਾਇਆ ਤੇ ਉਹ ਰੱਖਿਆ ਹੋਇਆ ਤੇ ਰੁਕ ਗਿਆ। ਉਹ ਵੇਖਣ ਲੱਗ ਪਿਆ, ਖੜਾ ਰਿਹਾ ਕਾਫੀ ਦੇਰ। ਕਹਿੰਦੇ ਮੈਂ ਉਹਨੂੰ ਪੁੱਛਿਆ ਕੀ ਗੱਲ ਹੈ? ਕਹਿੰਦਾ ਤੂੰ ਸਕੂਲ ਮਾਸਟਰ ਹੈ? ਉਹ ਕਹਿੰਦੇ ਮੈਨੂੰ ਬੜਾ ਗੁੱਸਾ ਚੜਿਆ। ਮੈਂ ਕਿਹਾ ਤੈਨੂੰ ਮੈਂ ਸਕੂਲ ਮਾਸਟਰ ਨਜ਼ਰ ਆਂਦਾ? ਮੈਂ ਬ੍ਰਿਗੇਡੀਅਰ ਹੈਗਾ, ਇਹ ਮੇਰੇ ਅਫਸਰ ਹੈਗੇ ਆ, ਮੈਂ ਇਹਨਾਂ ਨੂੰ ਸਮਝਾ ਰਿਹਾ ਹੈਗਾ। ਤੇ ਕਹਿੰਦਾ ਅੱਛਾ, ਜੇ ਫਿਰ ਫੌਜ ਇਦਾਂ ਦੀ ਹੁੰਦੀ ਹੈ ਮੈਂ ਤੇ ਨਹੀਂ ਭਰਤੀ ਹੋਣਾ ਜੀ। ਉਹ ਕਹਿੰਦੇ ਮੈਂ ਤੈਨੂੰ ਸੱਦਣ ਗਿਆ ਹੈਗਾ। ਤੇ ਇਹ ਜਿਹੜੀ ਬੇਪਰਵਾਹੀ ਹੈਗੀ ਹੈ ਨਾ, ਕਿਸੇ ਦੀ ਈਨ ਨਾ ਮੰਨਣ, ਉਹ ਜਿਹਨੂੰ ਪੰਥ ਪ੍ਰਕਾਸ਼ ਦੇ ਵਿੱਚ ਵੀ ਕਿਹਾ ਨਾ ਰਤਨ ਸਿੰਘ ਭੰਗੂ ਨੇ, ਖਾਲਸਾ ਹੋਵੇ ਖੁਦ ਖੁਦਾ ਜਿਮ ਖੂਬੀ ਖੂਬ ਖੁਦਾਏ, ਈਨ ਨਾ ਮੰਨੇ ਆਨ ਕੀ ਇੱਕ ਸੱਚੇ ਬਿਨ ਪਾਤਸ਼ਾਹ ਹੈ। ਮਤਲਬ ਇਹ ਹੈ ਜਿਹੜਾ ਕਿ ਜਿਹੜਾ ਉਹ ਨੌਜਵਾਨ ਸੀ, ਉਹਦੇ ਅੰਦਰ ਫੌਜ ਦੇ ਮਤਲਬ ਸਿਰਫ ਲੜਨ ਭਿੜਨ ਤੋਂ ਸੀ। ਫੌਜ ਦਾ ਮਤਲਬ ਕੁਰਬਾਨੀ ਸੀ, ਜੰਗ ਦਾ ਮਤਲਬ ਫੌਜ, ਤੇ ਫੌਜ ਦਾ ਮਤਲਬ ਜੰਗ ਸੀ। ਸੋ ਮੈਂ ਇਹ ਸਮਝਦਾ ਕਿ ਇਹ ਸੁਭਾਅ ਦਾ ਜਿਹੜਾ ਮੌਲਾਪਣ ਹੈ, ਇਹ ਬੜਾ ਪਿਆਰਾ ਹੈ। ਮੈਂ ਜੀ ਇੱਕ ਐਸੀ ਘਟਨਾ ਤੁਹਾਡੇ ਤੋਂ ਸੁਣਨੀ ਹੈ ਦੋਸਤੋ, ਇਹ ਮੌਜੂਦਾ ਸਿਆਸਤਾਂ ਨਾਲ ਜੁੜਦੀ ਆ। ਤੁਸੀਂ ਇਹਨੂੰ ਉਸ ਐਨਕ ਨਾਲ ਨਾ ਦੇਖਿਓ, ਲੇਕਿਨ ਘਟਨਾ ਜਨਰਲ ਹਰਬਖਸ਼ ਸਿੰਘ, ਸਰਦਾਰ ਗੁਰਚਰਨਜੀਤ ਸਿੰਘ ਲਾਂਬਾ ਨੂੰ ਇੰਟਰਵਿਊ ਦੌਰਾਨ ਦੱਸਦੇ। ਅੱਜ ਦੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਉਹਨਾਂ ਦੇ ਏਡੀਸੀ ਸੀਗੇ ਜੰਗ ਦੌਰਾਨ 1965 ਦੇ ਵਿੱਚ, ਜਨਰਲ ਹਰਬਖਸ਼ ਸਿੰਘ ਦੇ ਨਾਲ ਸੀਗੇ ਕੈਪਟਨ ਅਮਰਿੰਦਰ ਸਿੰਘ। ਔਰ ਇਹ ਦਿਲਚਸਪ ਵਰਤਾਰਾ ਰਿਹਾ ਕਿ ਜੰਗ ਤੋਂ ਥੋੜੀ ਦੇਰ ਪਹਿਲਾਂ ਮਹਾਰਾਜਾ ਯਾਦਵਿੰਦਰਾ ਸਿੰਘ ਕੈਪਟਨ ਅਮਰਿੰਦਰ ਸਿੰਘ ਦੀ ਸ਼ਾਦੀ ਲਈ ਉਹਨਾਂ ਨੂੰ ਸੱਦ ਲੈਂਦੇ ਆ ਔਰ ਜਨਰਲ ਹਰਬਖਸ਼ ਸਿੰਘ ਨੂੰ ਥੋੜਾ ਪ੍ਰੈਸ਼ਰਾਈਜ਼ ਕਰਦੇ ਆ ਕਿ ਤੁਸੀਂ ਮੁੰਡੇ ਨੂੰ ਭੇਜ ਦਿਓ ਕਿਉਂਕਿ ਇਹਦੀ ਸ਼ਾਦੀ ਆ, ਇਹਨੇ ਹੁਣ ਜਿੰਨੀ ਸਰਵਿਸ ਕਰਨੀ ਸੀ ਕਰ ਲਈ ਆ। ਔਰ ਪਹਿਲਾਂ ਨਾ ਕਰਦੇ ਜਨਰਲ ਹਰਬਖਸ਼ ਸਿੰਘ, ਫਿਰ ਕਹਿੰਦੇ ਮੰਨ ਜਾਂਦੇ ਆ। ਇਹ ਗੱਲ ਜਨਰਲ ਹਰਬਖਸ਼ ਸਿੰਘ ਜੀ ਨੇ ਦੱਸੀ ਆ ਲਾਂਬਾ ਸਾਹਿਬ ਨੂੰ, ਔਰ ਉਹ ਬੜਾ ਦਿਲਚਸਪ ਮਾਜਰਾ ਕਿ ਕਿਵੇਂ ਜੰਗ ਲੱਗਦੀ ਆ ਔਰ 2 ਮਹੀਨੇ ਦੇ ਅੰਦਰ ਕੈਪਟਨ ਅਮਰਿੰਦਰ ਸਿੰਘ ਫਿਰ ਜਾ ਕੇ ਖਲੋ ਜਾਂਦੇ ਆ ਕਿ ਮੈਨੂੰ ਕਰੋ ਭਰਤੀ। ਉਦੋਂ ਵਿਆਹ ਹੋਏ ਨੂੰ ਕਹਿੰਦੇ 1.5-2 ਮਹੀਨੇ ਹੋਏ ਸੀ। ਲਾਂਬਾ ਸਾਹਿਬ, ਉਹ ਵੀ ਮੈਨੂੰ ਦ੍ਰਿਸ਼ ਚਿੱਤਰਨ ਕਰ ਦਿਓ, ਲੇਕਿਨ ਮੈਂ ਇੱਕ ਵਾਰੀ ਫਿਰ ਬੇਨਤੀ ਕਰਦਾ ਕਿ ਇਹਨੂੰ ਚਸ਼ਮਾ ਸਿਆਸਤ ਦਾ ਨਾ ਲਾ ਕੇ ਦੇਖਿਓ। ਇਹ ਲੜਨ ਵਾਲਿਆਂ ਦਾ ਮਾਦਾ ਹੁੰਦਾ। ਅੱਜ ਕੱਲ ਕੈਪਟਨ ਅਮਰਿੰਦਰ ਸਿੰਘ ਉਹ ਮਾਦਾ ਘੱਟ ਦਿਖਾ ਰਹੇ ਆ, ਪਰ ਬੰਦੇ ਦੀ ਜਿਹੜੀ ਆਪਣੀ ਚਿਣਗ ਹੁੰਦੀ ਆ ਪਿੱਛੋਂ ਤੁਰਦੀ। ਜੀ ਜੀ, ਇਹ ਵੀ ਇੱਕ ਬੜੀ ਕਮਾਲ ਦੀ, ਯਾਨੀ ਇਸ ਨੂੰ ਸਿਰਫ ਇਸ ਨਜ਼ਰੀਏ ਤੋਂ ਦੇਖੋ ਕਿ ਸਿੱਖ ਦੇ ਹਿਰਦੇ ਦੇ ਵਿੱਚ ਜੂਝਣ ਦਾ ਚਾਅ, ਉਹਦੇ ਅੰਦਰ ਦਲੇਰੀ ਔਰ ਜੁਰਅਤ ਜਿਹੜੀ ਹੈ, ਉਹਨੂੰ ਸਿਰਫ ਇਗਨਾਈਟ ਕਰਨ ਦੀ ਜ਼ਰੂਰਤ ਹੁੰਦੀ ਹੈ। ਔਰ ਕਿਵੇਂ ਜਾਗਦੀ ਹੈ। ਜਨਰਲ ਸਾਹਿਬ 1965 ਦੀ ਲੜਾਈ ਦੇ ਹੀਰੋ ਹੈ। ਉਹਨਾਂ ਦੀ ਬਦੌਲਤ ਜਿਹੜੀ ਸੀ 1965 ਦੀ ਜੰਗ ਜਿੱਤੀ ਗਈ। ਜਾਂ ਇਹ ਕਹਿ ਲਿਆ ਜਾਏ ਕਿ 1965 ਦੇ ਵਿੱਚ ਅਗਰ ਉਹ ਜਨਰਲ ਸਾਹਿਬ ਆਪਣਾ ਐਕਸ਼ਨ ਨਾ ਲੈਂਦੇ ਤਾਂ ਸ਼ਾਇਦ ਇਹ ਹਿੰਦੁਸਤਾਨ ਦਾ ਨਕਸ਼ਾ ਨਹੀਂ ਸੀ ਹੋਣਾ। ਇਹ ਜਨਰਲ ਕੌਲ ਨੇ ਵੀ ਆਪਣੀ ਕਿਤਾਬ ਕਨਫਰੰਟੇਸ਼ਨ ਵਿਦ ਪਾਕਿਸਤਾਨ ਲਿਖਿਆ ਹੈਗਾ, ਔਰ ਉਹ ਸਾਰਾ ਵੇਰਵਾ ਬਿਲਕੁਲ ਵੱਖਰਾ ਹੈ। ਪਰ ਇੱਕ ਗੱਲ ਜਨਰਲ ਸਾਹਿਬ ਨੇ ਜਿਹੜੀ ਗੱਲ ਕੀਤੀ, ਉਹਨਾਂ ਨੇ ਬੜੀ ਸ਼ਾਨਦਾਰ ਗੱਲ ਦੱਸੀ। ਕਹਿਣ ਲੱਗੇ ਕਿ ਕੈਪਟਨ ਅਮਰਿੰਦਰ ਸਿੰਘ ਉਸ ਵੇਲੇ ਮੇਰੇ ਨਾਲ ਸਨ, ਤੇ ਉਹ ਕਹਿਣ ਲੱਗੇ ਕਿ ਮਹਾਰਾਜਾ ਯਦਵਿੰਦਰਾ ਸਿੰਘ ਜੀ ਦਾ ਫੋਨ ਆਇਆ ਕਿ ਉਹਨੂੰ ਰਿਲੀਵ ਕਰ ਦੋ। ਤੇ ਹਾਲਾਤ ਇਦਾਂ ਦੇ ਸੀ, ਰਿਲੀਵ ਹੋ ਨਹੀਂ ਸਕਦੇ ਸੀ, ਪਰ ਕਹਿੰਦੇ ਕਿ ਮੈਂ ਬੜੀ ਕੋਸ਼ਿਸ਼ ਕਰਕੇ ਤੇ ਉਹਨਾਂ ਨੂੰ ਰਿਲੀਵ ਕਰ ਦਿੱਤਾ। ਉਹ ਚਲੇ ਗਏ। ਔਰ ਉਹ ਕਹਿੰਦੇ ਕਿ ਜਾਣ ਦੇ ਬਾਅਦ ਕੁਝ ਦੇਰ ਦੇ ਬਾਅਦ ਜੰਗ ਲੱਗ ਗਈ, ਤੇ ਜੰਗ ਲੱਗਣ ਦੇ ਬਾਅਦ ਅਚਾਨਕ
ਅਮਰਿੰਦਰ ਸਿੰਘ ਕਹਿੰਦੇ ਮੇਰੇ ਕੋਲ ਪਹੁੰਚ ਗਏ ਔਰ ਕਹਿਣ ਲੱਗੇ ਕਿ ਮੈਨੂੰ ਆਪਣੀ ਡਿਊਟੀ ਦੇ ਉੱਤੇ ਦੁਬਾਰਾ ਲੈ ਲਓ, ਮੈਨੂੰ ਫਿਰ ਮੁੜ ਭਰਤੀ ਕਰ ਲਓ। ਹੁਣ ਦੇਖੋ ਇਹ ਇੱਕ ਸਿੱਖ ਕਿਰਦਾਰ ਹੈ। ਸਿਰਫ ਇਹਨੂੰ ਇਸ ਤਰ੍ਹਾਂ ਦੇਖੋ ਕਿ ਲੜਾਈ ਲੱਗਦੀ ਹੈ, ਮਤਲਬ ਪਹਿਲਾਂ ਚਲੇ ਜਾਂਦੇ ਆ, ਉਹਦੇ ਬਾਅਦ ਲੜਾਈ ਲੱਗ ਜਾਂਦੀ ਹੈ। ਆਮ ਹਾਲਤਾਂ ਦੇ ਵਿੱਚ ਬੰਦਾ ਕਹਿੰਦਾ ਚਲੋ ਜਾਨ ਛੁੱਟ ਗਈ, ਸ਼ੁਕਰ ਮਨਾਉਂਦਾ, ਪਰ ਨਹੀਂ, ਇਹ ਹੁਣ ਕਿਹੜੀ ਸਪਿਰਿਟ ਕੰਮ ਕਰ ਰਹੀ ਹੈ ਕਿ ਕੈਪਟਨ ਸਾਹਿਬ ਵਾਪਸ ਚਲੇ ਜਾਂਦੇ ਆ, ਕਹਿੰਦੇ ਕਿ ਮੈਨੂੰ ਮੁੜ ਭਰਤੀ ਕਰੋ। ਤਾਂ ਜੋ ਜਨਰਲ ਹਰਬਖਸ਼ ਸਿੰਘ ਜੀ ਦੇ ਲਫ਼ਜ਼ ਸੀ, ਕਹਿਣ ਲੱਗੇ ਮੈਂ ਕਿਹਾ ਤੂੰ ਆਪਣੇ ਬਾਪ ਤੋਂ ਪੁੱਛਾਂ ਆ? ਉਹ ਕਹਿਣ ਲੱਗੇ ਹਾਂ ਜੀ ਮੈਨੂੰ ਮਹਾਰਾਜਾ ਸਾਹਿਬ ਨੇ ਭੇਜਿਆ। ਕਹਿੰਦੇ ਫਿਰ ਮੈਂ ਫੋਨ ਕੀਤੀ ਉਹਨਾਂ ਨੂੰ, ਮੈਂ ਕਿਹਾ ਜੀ ਉਹ ਤੁਸੀਂ ਭੇਜਿਆ? ਕਹਿਣ ਲੱਗੇ ਹਾਂ ਉਹਨੂੰ ਉਹਦੀ ਯੂਨਿਟ 'ਚ ਭੇਜ ਦਿਓ। ਯਦਵਿੰਦਰ ਕਹਿਣ ਲੱਗੇ, ਜਨਰਲ ਸਾਹਿਬ ਕਹਿਣ ਲੱਗੇ ਕਿ ਮੈਂ ਉਹਨਾਂ ਨੂੰ ਕਿਹਾ ਕਿ ਜੇਕਰ ਅਗਰ ਉਹ ਆਪਣੀ ਯੂਨਿਟ 'ਚ ਚਲਾ ਗਿਆ ਤਾਂ ਫਿਰ ਉਹ ਬੰਕਰ ਦੇ ਵਿੱਚ ਰਹੇਗਾ ਜਿੰਨੀ ਦੇਰ ਲੜਾਈ ਲੱਗੀ ਹੈ ਜੀ। ਉਹਨੂੰ ਮੈਂ ਬੰਕਰ 'ਚ ਨਹੀਂ ਭੇਜਣਾ, ਮੈਂ ਆਪਣੇ ਨਾਲ ਏਡੀਸੀ ਰੱਖਣਾ ਔਰ ਮੇਰੀ ਜੀਪ ਤੇ ਮੇਰੇ ਨਾਲ ਰਹੇਗਾ। ਔਰ ਉਹ ਕਹਿੰਦੇ ਆ ਕਿ ਇਹ ਕਰੈਕਟਰ ਸੀ, ਇਹ ਕਿਰਦਾਰ ਸੀ ਜਿਹੜਾ ਬਤੌਰ ਇੱਕ ਸਿੱਖ ਦੇ ਦੇਖਿਆ ਜਾਏ ਕਿ ਜੰਗ ਲੱਗਦੀ ਹੈ ਉਹਨੂੰ ਚਾਅ ਚੜ ਜਾਂਦਾ, ਉਹ ਮੁੜ ਦੁਬਾਰਾ ਭਰਤੀ ਹੋ ਜਾਂਦਾ, ਉਹ ਭੱਜਦਾ ਨਹੀਂ ਹੈ, ਉਹ ਗੀਦੀ ਨਹੀਂ ਹੈਗਾ। ਇੱਕ ਸਵਾਲ ਇਹਦੇ ਚ ਜਿਹੜਾ ਬਾਅਦ ਦੇ ਵਿੱਚ ਇਹਨੂੰ ਰੀਕਨਫਰਮ ਕਰਨ ਲਈ, ਇਹਨੂੰ ਸਪਸ਼ਟ ਕਰਨ ਲਈ, ਇਹਦੀ ਪੁਸ਼ਟੀ ਕਰਨ ਲਈ ਲਾਂਬਾ ਸਾਹਿਬ ਮਹਾਰਾਣੀ ਪ੍ਰਨੀਤ ਕੌਰ ਨੂੰ ਜਾ ਕੇ ਮਿਲਦੇ ਆ। ਅੱਜ ਕੱਲ ਉਹ MP ਨੇ, ਔਰ ਮਹਾਰਾਣੀ ਪ੍ਰਨੀਤ ਕੌਰ ਨੂੰ ਜਿਹੜਾ ਸਵਾਲ ਕੀਤਾ, ਦੱਸਿਓ ਉਹ ਵੀ ਬੜਾ ਦਿਲਚਸਪ ਸੀ, ਤੁਸੀਂ ਗੱਲਾਂ ਦੇ ਵਿੱਚ ਕੀਤਾ, ਔਰ ਜਿਹੜਾ ਉਹਨਾਂ ਦਾ ਜਵਾਬ ਸੀ ਉਹ ਇਸ ਚੀਜ਼ ਦੀ ਪੁਸ਼ਟੀ ਕਰਦਾ ਸੀ ਕਿ ਉਹਨਾਂ ਦਿਨਾਂ 'ਚ ਮੁੱਛ-ਫੁੱਟ ਦੇ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਪਹਿਲੀ ਮੁਹੱਬਤ ਸੀ ਉਹ ਆਰਮੀ ਸੀ ਜੀ। ਉਹ ਮੈਨੂੰ ਮੌਕਾ ਮਿਲਿਆ ਨਿਊਯਾਰਕ ਦੇ ਵਿੱਚ ਮਹਾਰਾਣੀ ਪ੍ਰਨੀਤ ਕੌਰ ਜੀ ਦਾ ਇੰਟਰਵਿਊ ਲੈਣ ਦਾ, ਔਰ ਉਹਨਾਂ ਨੂੰ ਜਦੋਂ ਇਸ ਬਾਰੇ ਪੁੱਛਿਆ ਗਿਆ ਕਿ ਉਹ ਐਸੇ ਹਾਲਾਤ ਵਿੱਚ ਕਿਵੇਂ ਚਲੇ ਗਏ, ਤਾਂ ਉਹਨਾਂ ਦਾ ਜਵਾਬ ਸੀ ਹਿਸ ਫਸਟ ਲਵ ਇਜ਼ ਵਾਰ। ਉਹ ਉਹਨਾਂ ਨੇ ਆਪਣਾ ਫਰਜ਼ ਪੂਰਾ ਕੀਤਾ ਔਰ ਉਸ ਦੇ ਬਾਅਦ ਉਹ ਫੌਜ ਦੇ ਵਿੱਚ ਗਏ ਹੈਗੇ ਜੀ। ਅਸੀਂ ਜਦੋਂ ਲਾਂਬਾ ਸਾਹਿਬ ਇਹਨਾਂ ਘਟਨਾਵਾਂ ਤੋਂ ਇਤਿਹਾਸ ਵੱਲ ਮੁੜਦੇ ਆ ਤੇ ਮੈਨੂੰ ਉਹ ਦੌਰ ਜਿਹੜਾ ਤੁਸੀਂ ਕਹਿੰਦੇ ਹੋ ਕਿ 18 ਵਾਰ ਸਾਡੇ ਪੁਰਖੇ ਦਿੱਲੀ ਤੇ ਚੜ੍ਹਾਈ ਕਰਕੇ ਗਏ, ਲੇਕਿਨ ਜਿਹਦੇ ਵਿੱਚ ਲਗਭਗ ਮਾਰਚ 1783 ਦਾ ਜਿਹੜਾ ਉਹ ਦ੍ਰਿਸ਼ ਆ, ਮਾਰਚ 1783 ਦੇ ਵਿੱਚ ਸਿੱਖਾਂ ਨੇ, ਸਿੰਘਾਂ ਨੇ, ਪੰਜਾਬੀਆਂ ਨੇ ਦਿੱਲੀ ਫਤਿਹ ਕਰ ਲਈ, ਔਰ ਦਿੱਲੀ ਤੇ ਲਗਭਗ 9 ਮਹੀਨੇ ਦਾ ਉਹ ਰਾਜ ਸੀ, ਜਿਹਦੇ ਵਿੱਚ ਗੁਰੂ ਘਰ ਬਣਦੇ ਆ, ਜਿਹਦੇ ਵਿੱਚ ਜਿਹੜਾ ਸ਼ਾਹ ਆਲਮ ਨਾਲ ਉਹ ਮੁਲਾਕਾਤ ਦਾ ਵੀ ਜ਼ਿਕਰ ਆਉਂਦਾ, ਜਿਹੜਾ ਲੂੰ ਕੰਡੇ ਖੜੇ ਕਰ ਦਿੰਦੀ ਆ। ਸਿੰਘਾਂ ਨੇ ਆਪਣੀਆਂ ਸ਼ਰਤਾਂ ਤੇ ਉਸ ਦਰਬਾਰ ਦੇ ਵਿੱਚ ਜਿਸ ਤਰੀਕੇ ਦਾ ਮਾਹੌਲ ਸਿਰਜਿਆ, ਉਹ 2-3 ਘਟਨਾਵਾਂ ਮੇਰੇ ਨਾਲ ਜ਼ਰੂਰ ਸਾਂਝ ਪਾਓ, ਕਿਉਂਕਿ ਤੁਹਾਨੂੰ ਤਿੱਥਾਂ ਤਰੀਕਾ ਵੀ ਪਤਾ ਤੇ ਤੁਹਾਨੂੰ ਇਤਿਹਾਸ ਦੇ ਉਹ ਜਿਹੜੇ ਦ੍ਰਿਸ਼ ਨੇ ਯਾਦ ਨੇ ਜ਼ੁਬਾਨੀ। ਜੀ ਦਰਅਸਲ ਇਸ ਤਰ੍ਹਾਂ ਹੋਇਆ, ਜਦੋਂ ਵੀ ਪੰਜਾਬ ਦੀ ਗੱਲ ਕਰਾਂਗੇ, ਸਿੱਖਾਂ ਦੀ ਗੱਲ ਕਰਾਂਗੇ, ਤੇ ਇਹ ਤੁਸੀਂ ਵੇਖੋਗੇ ਕਿ ਇੱਥੇ ਤਿਕੋਣੀ ਲੜਾਈ ਰਹੀ ਹੈ। ਇੱਕ ਪਾਸੇ ਦਿੱਲੀ ਦਾ ਤਾਕਤ ਸੀ, ਇੱਕ ਪਾਸੇ ਅਫਗਾਨਿਸਤਾਨ ਵੱਲੋਂ ਹਮਲੇ ਹੁੰਦੇ ਸੀ, ਜਿਵੇਂ ਮੈਂ ਜ਼ਿਕਰ ਕੀਤਾ ਸੀ ਮੁਗਲ ਪਠਾਣਾ ਭਈ ਲੜਾਈ। ਇਹ ਸਾਰੇ ਇੱਕ ਤਿਕੋਣੀ ਲੜਾਈ ਬਣਦੀ ਸੀ, ਸਿੱਖ ਵਿਚਕਾਰ ਸੀਗੇ। ਬਾਰ-ਬਾਰ ਅਹਿਮਦ ਸ਼ਾਹ ਅਬਦਾਲੀ ਹਮਲੇ ਕਰਦਾ ਸੀ, ਕਈ ਹਮਲੇ ਕਰਦਾ ਸੀ ਔਰ ਇੱਥੋਂ ਸਾਰਾ ਕੁਝ ਲੁੱਟ ਕੇ ਲੈ ਜਾਂਦਾ ਸੀ। ਪਰ ਜਦੋਂ ਉਸਨੇ ਬਾਰ-ਬਾਰ ਹਮਲੇ ਕੀਤੇ ਤੇ ਸਿੱਖਾਂ ਨੇ ਇੱਕ ਸਟ੍ਰੈਟਜੀ ਬਦਲੀ ਕੀਤੀ ਜੀ, ਔਰ ਉਹ ਸਟ੍ਰੈਟਜੀ ਬੜੀ ਕਮਾਲ ਦੀ ਸੀ। ਉਹ ਸਿੱਖ ਕਹਿੰਦੇ ਸੀ, ਉਹਨਾਂ ਨੇ ਕੀਤਾ ਕਿ ਪੰਜਾਬ ਰਸਤੇ 'ਚ ਪੈਂਦਾ ਸੀ ਜੀ। ਉਹ ਜਦੋਂ ਅਹਿਮਦ ਸ਼ਾਹ ਅਬਦਾਲੀ ਹਮਲਾ ਕਰਦਾ ਸੀ, ਉਹਦਾ ਨਿਸ਼ਾਨਾ ਦਿੱਲੀ ਹੁੰਦਾ ਸੀਗਾ, ਕਿਉਂਕਿ ਦਿੱਲੀ ਕੋਲ ਤਾਕਤ ਬੜੀ ਸੀ, ਅਸਬਾਬ ਬੜਾ ਸੀ, ਮਾਲ ਬੜਾ ਸੀ, ਸਭ ਕੁਝ ਉਹਦੇ ਕੋਲ ਸੀ, ਲੁੱਟ ਦਾ ਮਾਲ ਸੀ। ਸੋ ਉਹ ਜਦੋਂ ਅਬਦਾਲੀ ਆਂਦਾ ਸੀ ਤਾਂ ਬੜੀ ਕਮਾਲ ਦੀ ਗੱਲ ਹੈ, ਸਿੱਖ ਪਾਸੇ ਹਟ ਜਾਂਦੇ ਸੀ, ਉਹਨੂੰ ਦਿੱਲੀ ਆ ਲੈਣ ਦਿੰਦੇ ਸੀ। ਔਰ ਉਸ ਵੇਲੇ ਸਿੱਖ ਪੜ੍ਹਦੇ ਸੀ ਕਿ ਗੁਰੂ ਸਾਹਿਬ ਕਹਿ ਗਏ ਹੈ, ਕਾਬਲ ਤੇ ਕੁੱਤਾ ਮੰਗਵਾਉਂ, ਮੁਗਲੋਂ ਤਾਈਂ ਤੁੜਾਉਂ, ਦਿੱਲੀ ਤਖਤ ਉਡਾਉਂ, ਜੜ ਤੇ ਸਿੰਘਨ ਕੋ ਬਿਠਵਾਉਂ। ਇਹ ਜਿਹੜੀ ਇੱਕ ਇਤਿਹਾਸ ਹੈ, ਇਤਿਹਾਸ ਦਾ ਜ਼ਰੂਰੀ ਜਿਹੜਾ ਇਤਿਹਾਸਕਾਰ ਹੈ ਉਸਨੇ ਲਿਖਿਆ, ਕਹਿੰਦਾ ਰੱਬ ਜਿਹੜਾ ਹੈ ਨਾ ਲਾਨਤ ਪਾਏ ਔਰ ਇਹਦੇ ਤੇ ਸਿਰ ਦੇ ਉੱਤੇ ਅਜ਼ਾਬ ਲਿਆਏ, ਅਹਿਮਦ ਸ਼ਾਹ ਅਬਦਾਲੀ ਦੇ ਸਿਰ ਦੇ ਉੱਤੇ, ਜਿਹੜਾ ਇਹ ਬਾਰ-ਬਾਰ ਹਮਲੇ ਕਰਦਾ ਆ ਕੇ। ਉਹਦੇ ਨਾਲ ਇੱਥੋਂ ਦੀ ਮੁਗਲ ਹਕੂਮਤ ਕਮਜ਼ੋਰ ਪੈ ਗਈ ਹੈ, ਜਿਹਦੇ ਨਾਲ ਇਹ ਲੰਬੇ ਵਾਲਾਂ ਵਾਲੇ ਪਾਗਲ ਸਿੱਖ ਜਿਹੜੇ ਹੈ ਇਹ ਤਾਕਤਵਰ ਹੁੰਦੇ ਜਾ ਰਹੇ ਆ ਜੀ। ਇਹ ਦੇਖੋ ਕਿੰਨੀ ਦਿਲਚਸਪ ਗੱਲ ਹੈ, ਇੱਕ ਟ੍ਰਾਇੰਗਲ ਬਣ ਰਿਹਾ, ਉਧਰੋਂ ਅਬਦਾਲੀ ਹੈ, ਇਧਰੋਂ ਸਿੱਖ ਹੈ, ਉਧਰੋਂ ਉਹ ਹੈ। ਔਰ ਸਿੱਖ ਕਰਦੇ ਕੀ ਸੀਗੇ, ਫਿਰ ਜਦੋਂ ਉੱਥੋਂ ਅਹਿਮਦ ਸ਼ਾਹ ਅਬਦਾਲੀ ਦਿੱਲੀੋਂ ਵਾਪਸ ਜਾਂਦਾ, ਉਹਨੂੰ ਲੁੱਟ ਲੈਂਦੇ ਆ, ਉਹਨੂੰ ਲੁੱਟਦੇ ਆ। ਉਹ ਜਿਹੜਾ ਉਹਨੂੰ ਹੌਲਾ ਕਰ ਦਿੰਦੇ ਆ
और ਉਹਦੀ हालत इदां दी हो गई कि भागे जा रहे दुरानी की सलवार जहां उलझानी थी। और ਉਹਨੇ ਫਿਰ ਹਰਮੰਦਰ ਸਾਹਿਬ ਨੂੰ ਢਾਹ-ਢੇਰੀ ਕੀਤਾ, ਉਸ ਦਾ ਸਰੋਵਰ ਪੂਰ ਦਿੱਤਾ, ਕਿਉਂਕਿ ਉਹਨਾਂ ਨੂੰ ਲੱਗਿਆ ਕਿ ਇਹ ਸਾਰੀ ਤਾਕਤ ਸਿੱਖ ਅੰਮ੍ਰਿਤਸਰ ਸਰੋਵਰ ਦੇ ਵਿੱਚੋਂ ਲੈਂਦੇ ਆ। ਉਸਨੇ ਜਦੋਂ ਫਿਰ ਲਾਹੌਰ ਦੇ ਗਵਰਨਰ ਨਾਲ ਵੀ ਗੱਲ ਕੀਤੀ ਤੇ ਉਹਨੇ ਵੀ ਦੱਸਿਆ ਕਿ ਸਿੱਖ ਕੀ ਹਨ, ਕੌਣ ਹਨ, ਕਿਸ ਤਰ੍ਹਾਂ ਹਨ, ਤੇ ਉਹਨੇ ਸਮਝਾਇਆ ਕਿ मुर्शद इनका वली भयो है, इनको आबे हयात दयो है, गजब असर तिसका हम देखा, बुजदिल होवत शेर बसेखा, कान ना काहू की ये राखत, शहनशाह खुद ही को पाकत, और सबन को जीव 84 मान आप ताही अविनाशी। एक गल है कि ਜਿਹੜੇ ਪੰਜਾਬੀ ਸਨ, ਜੋ ਵੀ ਪੰਜਾਬੀ ਸਨ, ਭਾਵੇਂ ਉਹ ਗੈਰ ਸਿੱਖ ਸਨ, ਕੋਈ ਜਿਹੜੇ ਵੀ ਸਨ, ਉਹ ਇੱਕ ਕਿਸਮ ਦੀ ਸੈਕੰਡ ਕਮਾਂਡ ਸੀ, ਰਿਜ਼ਰਵ ਫੋਰਸ ਸੀ, ਜਿਹਨੂੰ ਪੰਥ ਪ੍ਰਕਾਸ਼ ਲਿਖਦਾ ਹੈ, ਪਲੇ ਪਲਾਏ ਇਨਮੇ ਆਵੇਂ। ਇਹ ਇੱਕ ਅਜੀਬ ਮਜ਼ਹਬ ਹੈ ਜਿਹਦੇ ਚ ਪਲੇ ਪਲਾਏ ਨੌਜਵਾਨ ਆ ਕੇ ਅੰਮ੍ਰਿਤ ਛਕਦੇ ਹੈ ਔਰ ਉਹ ਇਹਦੇ ਸ਼ਾਮਲ ਹੋ ਜਾਂਦੇ ਆ। ਇੱਕ ਗੱਲ ਹੋਰ ਲਿਖਦਾ ਹੈ, ਉਹ ਕਹਿੰਦਾ ਗਵਰਨਰ ਨੇ ਉਹਨੂੰ ਦੱਸਿਆ ਕਿਉਂਕਿ ਦੂਜੇ ਧਰਮਾਂ ਦੇ ਵਿੱਚ ਜੇ ਕੋਈ ਕਿਤੇ ਆਪਣਾ ਧਰਮ ਛੱਡ ਦੇਵੇ, ਕਿਤੇ ਮੁਸਲਮਾਨ ਬਣ ਗਿਆ, ਕੁਝ ਹੋ ਗਿਆ, ਉਹਨੂੰ ਮੁੜ ਨਹੀਂ ਸੀ ਲੈਂਦੇ ਆਪਸ ਵਿੱਚ ਕਿ ਇਹ ਮਲੇਚ ਹੋ ਗਿਆ, ਭ੍ਰਿਸ਼ਟ ਹੋ ਗਿਆ। ਪਰ ਨਾਦਰ ਨੇ ਗਵਰਨਰ ਨੇ ਕਮਾਲ ਦੀ ਗੱਲ ਕੀਤੀ ਹੈ, ਪੰਥ ਪ੍ਰਕਾਸ਼ ਲਿਖਦਾ ਹੈ, ਕਹਿੰਦਾ ਬਲਕਿ ਜੋ ਦੀਨ ਹਮਾਰੇ ਆਵੇ, ਕਹਿੰਦਾ ਮੌਕਾ ਪਾ ਫਿਰ ਇਨਮੇ ਜਾਵੇ, ਇਸਕੋ ਵੀ ਇਹ ਸੁਦਾ ਛਕਾਏ, ਲੇਤ ਮਜ਼ਹਬ ਮੇ ਤੁਰਤ ਮਿਲਾਏ। ਸੋ ਇਹ ਇੱਕ ਬੜਾ ਕਮਾਲ ਦਾ ਸੀਗਾ ਕਿ ਇਹ ਸਾਰਾ ਪੰਜਾਬ ਇਕੱਠਾ ਸੀਗਾ ਉਹਨਾਂ ਦਾ ਮੁਕਾਬਲਾ ਕਰਨ ਲਈ। ਪਰ ਜਦੋਂ ਫਿਰ ਇਹ ਬਾਰ-ਬਾਰ ਹੋਇਆ, ਉਸ ਵੇਲੇ ਦਿੱਲੀ ਦੇ ਉੱਤੇ ਬਾਰ-ਬਾਰ ਹਮਲੇ ਹੁੰਦੇ ਸਨ। ਇਧਰੋਂ ਮਰਾਠਿਆਂ ਦਾ ਜ਼ੋਰ ਪਿਆ, ਸ਼ਾਹ ਆਲਮ ਨੇ ਸਿੱਖਾਂ ਨੂੰ ਮਦਦ ਲਈ ਮੰਗ ਕੀਤੀ। ਸਰਦਾਰ ਜੱਸਾ ਸਿੰਘ ਆਹਲੂਵਾਲੀਆ ਉਧਰੋਂ ਤੁਰੇ ਹੈ, ਉਹਦੀ ਮਦਦ ਲਈ ਤੁਰੇ ਹੈ। ਉਧਰੋਂ ਸ਼ਾਹ ਆਲਮ ਨੂੰ ਪਤਾ ਲੱਗ ਗਿਆ ਕਿ ਇਧਰੋਂ ਅੰਗਰੇਜ਼ ਆ ਰਹੇ ਹੈ, ਤਾਂ ਉਹ ਮਰਾਠੇ ਪਿੱਛੇ ਹਟ ਗਏ, ਮਰਾਠਿਆਂ ਦਾ ਹਮਲਾ ਸੀ, ਉਹ ਪਿੱਛੇ ਹਟ ਗਏ। ਤੇ ਜਦੋਂ ਇਹ ਪਹੁੰਚੇ, ਉਧਰੋਂ ਅੰਗਰੇਜ਼ ਨਹੀਂ ਆਏ, ਤੇ ਜਦੋਂ ਸਿੱਖ ਇਹ 30,000 ਸਿੱਖ ਪਹੁੰਚਿਆ ਦਿੱਲੀ, ਔਰ ਉਹਨਾਂ ਨੇ ਜਿਹੜੀ ਥਾਂ ਦੇ ਉੱਤੇ ਮੁਕਾਮ ਕੀਤਾ, ਉਸ ਜਗ੍ਹਾ ਦਾ ਨਾਂ 30,000 ਹੀ ਹੈ ਜੀ। ਗੱਲ ਇਹ ਜਿਨ੍ਹਾਂ ਤੇ ਝੰਡੇ ਝੂਲੇ ਨੇ, ਉਹ ਖੜੀਆਂ ਅਜੇ ਦੀਵਾਰਾਂ ਨੇ, ਇਹ ਕਿਹਾ ਜਾ ਸਕਦਾ। ਉਹ 30,000 ਹੀ ਹੈ, ਉੱਥੇ ਸਿੱਖ ਪਹੁੰਚੇ। ਜਿਹੜੀ ਥਾਂ ਸਿੱਖਾਂ ਦੇ ਆਉਣ ਦੇ ਉੱਤੇ ਲੋਕਾਂ ਨੇ ਮਠਿਆਈ ਵੰਡੀ ਸੀ, ਉਸ ਜਗ੍ਹਾ ਦਾ ਨਾਂ ਪੁਲ ਮਿਠਾਈ ਹੈ। ਜਿਹੜੀ ਥਾਂ ਤੇ ਉਸ ਸ਼ਾਹ ਆਲਮ ਨੇ ਸ਼ਹਿਰ ਦੇ ਦਰਵਾਜ਼ੇ ਬੰਦ ਕਰ ਲਏ ਕਿ ਉਹਦਾ ਕੰਮ ਸਰ ਗਿਆ, ਉਹਦਾ ਖਤਰਾ ਟਲ ਗਿਆ, ਜਾਂ ਡਰ ਨਾਲ ਕਹਿ ਲੋ, ਤੇ ਉਸਨੇ ਦਰਵਾਜ਼ੇ ਬੰਦ ਕਰ ਲਏ। ਇੱਕ ਥਾਂ ਤੋਂ ਸਿੱਖਾਂ ਨੇ ਉਹ ਦੀਵਾਰ ਦੇ ਵਿੱਚ ਮੋਰੀ ਕੀਤੀ, ਉਸ ਜਗ੍ਹਾ ਦਾ ਨਾਮ ਮੋਰੀ ਗੇਟ ਪੈ ਗਿਆ। ਇਹ ਇਤਿਹਾਸ ਹੈ। ਔਰ ਉੱਥੋਂ ਫਿਰ ਜਿਸ ਵੇਲੇ ਸਿੱਖ ਅੰਦਰ ਵੜੇ ਹੈ ਦਿੱਲੀ ਦੇ, ਸਿੱਧੇ ਲਾਲ ਕਿਲੇ ਦੇ ਵਿੱਚ ਗਏ ਹੈ, ਉਹ ਸ਼ਾਹ ਆਲਮ ਦੋਇਮ ਜਿਹੜਾ ਬਾਦਸ਼ਾਹ ਸੀ, ਹਿੰਦੁਸਤਾਨ ਦਾ ਬਾਦਸ਼ਾਹ, ਉਹ ਜਨਾਨ ਖਾਨੇ ਹਰਮ ਦੇ ਵਿੱਚ ਵੜ ਗਿਆ। ਅੱਛਾ, ਉਹ ਜਗ੍ਹਾ ਖਾਲੀ ਹੋ ਗਈ। ਹੁਣ ਉੱਥੇ ਜੱਸਾ ਸਿੰਘ ਆਹਲੂਵਾਲੀਆ, ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਉਹਨਾਂ ਨੇ ਸਿੰਘਾਂ ਨੇ ਉੱਥੇ ਬਿਠਾ ਦਿੱਤਾ, ਤਖਤ ਦੇ ਉੱਤੇ ਬਿਠਾ ਦਿੱਤਾ। ਜਦੋਂ ਤਖਤ ਦੇ ਉੱਤੇ ਬੈਠ ਗਏ ਤੇ ਉਹਨਾਂ ਦੇ ਸਿਰ ਦੇ ਉੱਤੇ ਚੌਰ ਕਰਨ ਲੱਗ ਪਏ ਕਿ ਇਹ ਹਜ਼ੂਰ ਦਾ ਬਚਨ ਸੀ, ਮਾਤਾ ਜੀ ਦਾ ਬਚਨ ਸੀ, ਔਰ ਇਹ ਸੁਲਤਾਨੁਲ ਕੌਮ ਹੈ ਜੱਸਾ ਸਿੰਘ ਆਹਲੂਵਾਲੀਆ। ਔਰ ਇਹ ਜਿਹੜਾ ਬਚਨ ਸੀ ਕਿ ਇਸ ਤੋਂ ਪਹਿਲੇ ਸਿੱਖਾਂ ਦਾ ਮਜ਼ਾਕ ਉਡਾਇਆ ਜਾਂਦਾ ਸੀ। ਭਾਈ ਤਾਰੂ ਸਿੰਘ ਨੂੰ ਕਿਹਾ ਸੀ ਕਿ ਤੁਸੀਂ ਆਪਣੇ ਆਪ ਨੂੰ ਕਹਿੰਦੇ ਕਮਾਉਂਦੇ ਜਿਹੜੇ ਤੁਹਾਡੇ ਸਿੱਖ ਹੈ, ਉਹਨਾਂ ਦਾ ਹਾਲ ਕੀ ਹੈ? ਉਹ ਕਹਿੰਦਾ ਸੀ, ਉਹਨੂੰ ਕਿਹਾ ਗਿਆ ਉਹਨਾਂ ਦੀ ਹਾਲਤ ਹੈ ਫਿੱਡਾ ਜੈਸਾ ਟੱਟੂਆ, ਉਹ ਜੁੱਲੜੂ ਕਾ ਕਾਠੂ ਪਾਏ, ਰਸੜੂ ਲਗਾੜੂ ਤੇ ਰਸੜੂ ਰਕਾਬਜੂ, ਪਾਟਿਆ ਸਾ ਕਛੜੂ ਤੇ ਨਿਕਲੋ ਸਾ ਤੇਗੜੂ, ਗਟਸਟ ਗਾਤਰ ਬਣਾਇਆ ਸਭ ਸਾਜੂ, ਨਾਮ ਤੋਂ ਅਕਾਲੜੂ ਸੋ ਫਿਰੇ ਬੁਰੇ ਹਾਲੜੂ, ਪੇ ਲੂਟ ਕੂਟ ਖਾਵਣੇ ਕੋ ਡਾਢੇ ਉਸਤਾਦ ਜੂ। ਉਹਨਾਂ ਸਿੰਘਾਂ ਦਾ ਕਹਿਣਾ ਸੀ, ਦਿੱਲੀ ਤਖਤ ਪਰ ਬਹੇਗੀ ਆਪ ਗੁਰੂ ਕੀ ਫੌਜ, ਛਤਰ ਚੁਲੇਗਾ ਸੀਸ ਪਰ ਖੂਬ ਕਰੇਗੀ ਮੌਜ, ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ, ਖੁਆਰ ਹੋਏ ਸਭ ਮਿਲेंगे ਬਚੇ ਸ਼ਰਨ ਜੋ ਹੋਏ। ਇਹ ਜਜ਼ਬਾ ਸੀ ਜਿਹੜਾ ਉਹਨਾਂ ਸਿੰਘਾਂ ਨੂੰ, 30,000 ਸਿੰਘਾਂ ਨੂੰ ਦਿੱਲੀ ਲਾਲ ਕਿਲੇ ਦੇ ਅੰਦਰ ਲੈ ਗਿਆ। ਉਹਦੇ ਬਾਅਦ ਸਰ ਜੱਸਾ ਸਿੰਘ ਰਾਮਗੜੀਆ ਵੀ ਉੱਥੇ ਪਹੁੰਚ ਗਏ। ਪਰ ਜਦੋਂ ਆਪਸ ਦੇ ਵਿੱਚ ਦੇਖਿਆ ਕਿ ਉਹਨਾਂ ਦੋਨੋਂ ਧੜਿਆਂ ਦਾ ਥੋੜਾ ਟਕਰਾਅ ਹੋਣ ਲੱਗਾ, ਤੇ ਜੱਸਾ ਆਪਸੀ ਸੁਲ੍ਹਾ ਦੇ ਨਾਲ ਜੱਸਾ ਸਿੰਘ ਰਾਮਗੜੀਆ ਪੰਜਾਬ ਵੱਲ ਕੂਚ ਕੀਤੇ। ਪਰ ਇੱਕ ਗੱਲ ਤੁਸੀਂ ਵੇਖੋ, ਜਜ਼ਬਾ ਹੋਈ ਸੀ, ਫਰਕ ਕੋਈ ਨਹੀਂ ਸੀਗਾ। ਸਰਦਾਰ ਜੱਸਾ ਸਿੰਘ ਰਾਮਗੜੀਆ ਜਾਂਦੀ ਵਾਰੀ ਉਹਨਾਂ ਨੇ ਕੀਤਾ ਕੀ, ਉਹ ਤੋਪਾਂ ਤਾਂ ਉੱਥੋਂ ਚੁੱਕ ਕੇ ਲੈ ਗਏ ਜਿਹੜੀਆਂ ਤੋਪਾਂ ਸੀਗੀਆਂ, ਔਰ ਉਸ ਦੇ ਨਾਲ ਉਹ ਜਿਹੜਾ ਦਿੱਲੀ ਦਾ ਤਖਤ ਸੀ,
ਜਿਸ ਤਖਤ ਤੋਂ ਜ਼ੁਲਮ ਦੇ ਔਰ ਉਹਦੇ ਹੁਕਮ ਜਾਰੀ ਹੁੰਦੇ ਸੀ, ਸਰਦਾਰ ਜੱਸਾ ਸਿੰਘ ਰਾਮਗੜੀਏ ਨੇ ਉਹ ਤਖਤ ਪੁੱਟਿਆ ਔਰ ਉਹ 6 ਫੁੱਟ ਬਾਈ 4 ਫੁੱਟ ਦਾ ਸਲੈਬ, ਪੌਣੇ ਫੁੱਟ ਮੋਟਾ, ਉਹ ਸਲੈਬ ਸੰਗਲਾਂ ਬਣ ਕੇ ਹਾਥੀ ਦੇ ਪਿੱਛੇ ਦਿੱਲੀ ਉਸ ਲਾਲ ਕਿਲੇ ਤੋਂ ਖਿੱਚ ਕੇ ਧਰੂ ਕੇ ਗੁਰੂ ਰਾਮਦਾਸ ਜੀ ਦੇ ਦਰਬਾਰ ਅੰਮ੍ਰਿਤਸਰ ਸਾਹਿਬ ਦੀ ਪਰਿਕਰਮਾ ਵਿੱਚ ਲਿਆ ਕੇ ਪੇਸ਼ ਕੀਤਾ ਕਿ ਇਹ ਤੁਹਾਡਾ ਜਿੱਥੋਂ ਜ਼ੁਲਮ ਹੁੰਦਾ ਸੀ, ਇਹ ਅਸੀਂ ਤੁਹਾਡੇ ਨਜ਼ਰਾਨਾ ਪੇਸ਼ ਕਰ ਰਹੇ ਹਾਂ। ਔਰ ਉਹ ਸਿਲ ਜਿਹੜੀ ਹੈ ਉਹ ਹਾਲੇ ਵੀ ਪਈ ਹੋਈ ਹੈ, ਉਹ ਬੁੰਗਾ ਰਾਮਗੜੀਆ ਦੇ ਵਿਚਕਾਰ ਉਹ ਸਿਲ ਸਾਂਭ ਕੇ ਰੱਖੀ ਹੈ। ਇਹਦਾ ਮਤਲਬ ਹੈਗਾ ਇਹ ਜਿਹੜਾ ਪੁਰਾਣਾ ਇਤਿਹਾਸ ਹੈ, ਇਹ ਨਵੇਂ ਇਤਿਹਾਸ ਲਈ ਬੜੀ ਵੱਡੀ ਪ੍ਰੇਰਨਾ ਦਾ ਸਰੋਤ ਦਿੰਦਾ ਹੈਗਾ। ਸੋ ਇਹ ਜਿਹੜੀ ਇੱਥੇ ਤੱਕ ਗੱਲ ਸੀ ਜਿਹੜੀ ਕਿ ਉੱਥੇ ਹੋਈ। ਹੁਣ ਉਸ ਵੇਲੇ ਇਸ ਤੋਂ ਬਾਅਦ ਦੀ ਘਟਨਾ ਇਦਾਂ ਹੈਗੀ ਹੈ ਕਿ ਮੁਗਲਾਂ ਨੇ ਦੇਖਿਆ ਕਿ ਇਹ ਤਾਂ ਬੜਾ ਵੱਡਾ ਮੁਸ਼ਕਲ ਪੈ ਗਈ ਹੈ। ਉਹਨਾਂ ਨੇ ਫਿਰ ਬੇਗਮ ਸਮਰੂ ਸੀ, ਬੇਗਮ ਸਮਰੂ ਜਿਹੜੀ ਸੀ ਉਹ ਕਿਸੇ ਜਰਮਨ ਨਾਲ ਵਿਆਹੀ ਸੀ, ਸਰਦਨਾ ਸਟੇਟ ਦੀ ਉਹ ਕੋਈ ਜਰਮਨ ਨਾਲ ਵਿਆਹੀ ਹੋਈ ਸੀ ਔਰ ਉਹਦੇ ਸਿੱਖਾਂ ਨਾਲ ਵੀ ਗੱਲਬਾਤ ਸੀ ਔਰ ਸ਼ਾਹ ਆਲਮ ਨਾਲ ਵੀ ਸੀ। ਸ਼ਾਹ ਆਲਮ ਨੇ ਉਸ ਨੂੰ ਸੱਦਿਆ ਔਰ ਉਸਨੇ ਵਿੱਚ ਇੱਕ ਸਮਝੌਤਾ ਕਰਵਾਇਆ। ਉਹਨਾਂ ਨੂੰ ਇੱਕੋ ਗੱਲ ਕਹੀ ਕਿ ਤੁਸੀਂ ਦੇਖੋ, ਤੁਸੀਂ ਦਿੱਲੀ ਦੇ ਉੱਤੇ ਰਾਜ ਕਰਨਾ ਹੈ ਕਿ ਤੁਸੀਂ ਪੰਜਾਬ ਦੇ ਉੱਤੇ, ਕਿਉਂਕਿ ਸਿੱਖਾਂ ਦੀ ਗਿਣਤੀ ਇੰਨੀ ਥੋੜੀ ਸੀ ਕਿ ਉਹ ਦੋਨੋਂ ਜਗ੍ਹਾ ਨਹੀਂ ਸੀ ਦੇਖ ਸਕਦੇ। ਯਾਨੀ ਹਰਮੰਦਰ ਸਾਹਿਬ ਦੀ ਰਾਖੀ ਪਾਸੇ ਹੈਗਾ ਕਿ ਦਿੱਲੀ ਦੇ ਉੱਤੇ ਰਾਜ ਕਰਨਾ। ਉਸ ਵੇਲੇ ਸਾਡੇ ਬਜ਼ੁਰਗ ਜਿਹੜੇ ਆ ਉਹਨਾਂ ਨੇ ਬੜੀ ਸੂਝ-ਬੂਝ ਨਾਲ ਕੰਮ ਕੀਤਾ, ਉਹਨਾਂ ਨੇ ਬਕਾਇਦਾ ਸਮਝੌਤਾ ਕੀਤਾ ਔਰ ਉਸ ਸਮਝੌਤੇ ਦੀਆਂ ਸ਼ਰਤਾਂ ਬੜੀਆਂ ਸ਼ਾਨਦਾਰ ਸੀਗੀਆਂ। ਉਹਨਾਂ ਨੇ ਦਿੱਲੀ ਦੇ ਸ਼ਾਹ ਆਲਮ ਨੂੰ ਯਾਨੀ ਬਾਦਸ਼ਾਹ ਹਿੰਦ ਦੇ ਬਾਦਸ਼ਾਹ ਨਾਲ ਟ੍ਰੀਟੀ ਕੀਤੀ। ਉਸ ਟ੍ਰੀਟੀ ਦੇ ਵਿੱਚ ਉਸਨੇ ਸਿੱਖਾਂ ਦੀ ਸੁਪਰਮੇਸੀ ਮੰਨੀ ਔਰ ਉਹਦੇ ਵਿੱਚ ਕਿਹਾ ਕਿ ਇਹ ਜਿਹੜੇ 40,000 ਸਿੱਖ ਹੈ ਇਹਨਾਂ ਚੋਂ 36,000 ਹੁਣੇ ਵਾਪਸ ਮੁੜ ਜਾਣਗੇ ਜੀ, ਕਿਉਂਕਿ ਦਿੱਲੀ ਦੇ ਵਿੱਚ ਬੜੀ ਦਹਿਸ਼ਤ ਹੈ। ਲੋਕਾਂ ਨੇ ਕਦੀ ਸੋਚਿਆ ਨਹੀਂ ਸੀਗਾ। ਕੁਝ ਦਿਨ ਪਹਿਲਾਂ ਇਸੇ ਦਿੱਲੀ ਦੇ ਵਿੱਚ ਬਾਬਾ ਬੰਦਾ ਬਹਾਦਰ ਦਾ ਜਲੂਸ ਕੱਢਿਆ ਸੀ, ਜਿਹਦੇ 'ਚ ਹਜ਼ਾਰਾਂ ਸਿੱਖਾਂ ਨੂੰ ਉਹਨਾਂ ਨੇ ਕਾਗਜ਼ ਦੀਆਂ ਟੋਪੀਆਂ ਪਵਾ ਕੇ ਔਰ ਉਹਨਾਂ ਦਾ ਮੌਕ ਕਰਦੇ ਹੋਏ, ਉਹਨਾਂ ਨੂੰ ਮਜ਼ਾਕ ਉਡਾਉਂਦੇ ਹੋਏ ਉਹਨਾਂ ਦਾ ਜਲੂਸ ਕੱਢਿਆ ਸੀ ਔਰ ਨਾਲ ਉਹਨਾਂ ਦੇ ਨੇਜ਼ਿਆਂ ਦੇ ਉੱਤੇ ਸਿੱਖਾਂ ਦੇ ਕੇਸਾਂ ਦੇ ਨਾਲ ਲਟਕੇ ਹੋਏ ਸਿਰ ਜਿਹੜੇ ਸੀ ਕਰ ਰਹੇ ਸੀ ਔਰ ਅਖੀਰ ਦੇ ਵਿੱਚ ਇੱਕ ਬਿੱਲੀ ਬੰਨੀ ਹੋਈ ਸੀ ਨੇਜ਼ੇ ਦੇ ਨਾਲ ਕਿ ਹੁਣ ਪੰਜਾਬ ਦੇ ਵਿੱਚ ਸਿੱਖਾਂ ਦੀ ਇੱਕ ਬਿੱਲੀ ਵੀ ਬਾਕੀ ਨਹੀਂ ਬਚੀ ਹੈਗੀ ਜੀ। ਇਹ ਦੇਖੋ ਇਤਿਹਾਸ ਹੈ। ਗੱਲ ਤਾਂ ਉਹੀ ਹੈ, ਇਤਿਹਾਸ ਵੀ ਸਾਡਾ ਜਾਣਦਾ ਹੈ, ਕਦੀ ਪੋਤੇ ਦੀ ਕਦੀ ਬਾਬੇ ਦੀ, ਖੁੱਲ ਹੁਣ ਵੀ ਜੇਕਰ ਮਿਲ ਜਾਵੇ ਕੀਮਤ ਪੈ ਜਾਏ ਖਰਾਬੇ ਦੀ। ਇਹ ਸਿੱਖ ਪੜ੍ਹਦੇ ਸੀ, ਇਹ ਉਸ ਵੇਲੇ ਦੇ ਸਿੱਖ ਪੜ੍ਹਦੇ ਸੀ ਔਰ ਉਸ ਵੇਲੇ ਉਹ ਜਦੋਂ ਸ਼ਾਹ ਆਲਮ ਦੇ ਨਾਲ ਟ੍ਰੀਟੀ ਹੋਈ ਉਹਦੇ 'ਚ ਇਹ ਹੋਇਆ 36,000 ਸਿੱਖ ਹੁਣੇ ਵਾਪਸ ਚਲੇ ਜਾਣਗੇ, 4,000 ਸਿੱਖ ਦਿੱਲੀ ਦੇ ਵਿੱਚ ਰਹਿਣਗੇ ਔਰ ਉਹ ਜਿਹੜੇ 4,000 ਹੋਣਗੇ ਦਿੱਲੀ ਦੀ ਕੋਤਵਾਲੀ ਯਾਨੀ ਕਿ ਹੋਮ ਡਿਪਾਰਟਮੈਂਟ ਔਰ ਇਹਨਾਂ ਦਾ ਫਾਈਨੈਂਸ ਚੁੰਗੀ ਇਹ ਸਿੱਖਾਂ ਦੇ ਕੋਲ ਹੋਏਗੀ। ਕੋਤਵਾਲ ਸਰਦਾਰ ਬਘੇਲ ਸਿੰਘ ਹੋਣਗੇ, ਕੋਤਵਾਲੀ ਸਬਜ਼ੀ ਮੰਡੀ ਵਿੱਚ ਹੋਏਗੀ ਔਰ ਜਿੰਨੀ ਰੋਜ਼ ਦੀ ਕਲੈਕਸ਼ਨ ਹੋਏਗੀ ਉਹ 16 ਆਨੇ ਦੇ ਵਿੱਚੋਂ 6 ਆਨੇ ਸਿੱਖ ਆਪਣੇ ਖਰਚ ਲਈ ਤੇ ਗੁਰਦੁਆਰੇ ਤਾਮੀਰ ਕਰਾਉਣ ਲਈ ਰੱਖਣਗੇ, 10 ਆਨੇ ਉਹ ਰੋਜ਼ ਸ਼ਾਹੀ ਖਜ਼ਾਨੇ ਜਮ੍ਹਾਂ ਕਰਵਾਉਣਗੇ। ਇਸ ਤਰ੍ਹਾਂ ਉਹਦਾ ਕੀਤਾ ਗਿਆ। ਔਰ ਦੂਜੀ ਵੱਡੀ ਜਿਹੜੀ ਗੱਲ ਕਹੀ ਸੀ, ਬੜੀ ਵੱਡੀ ਗੱਲ ਸੀ ਕਿ ਸਿੱਖ ਜਿਹੜੇ ਹੈਗੇ ਆ ਇਹ ਜਿੰਨੇ ਗੁਰਦੁਆਰੇ ਇਤਿਹਾਸਕ ਸਥਾਨ ਹਨ ਉੱਥੇ ਮਸੀਤਾਂ ਬਣੀਆਂ ਔਰ ਸ਼ਾਹ ਆਲਮ ਲਿਖ ਕੇ ਦੇ ਰਿਹਾ, ਉਹਦੇ 'ਚ ਕਰ ਰਿਹਾ ਕਿ ਉਹਨਾਂ ਜਗ੍ਹਾ ਦੇ ਉੱਤੇ ਗੁਰਦੁਆਰੇ ਬਣਾਏ ਜਾਣਗੇ। ਇਹ ਹੈ ਜ਼ਿੰਦਾ ਕੌਮ ਦੀ ਔਰ ਉਹਨਾਂ ਦੀ ਜ਼ਿੰਦਾ ਦਿਲੀ ਦੀ। ਔਰ ਉਹ ਸਿੱਖਾਂ ਨੇ ਜਦੋਂ ਗੁਰਦੁਆਰੇ ਬਣਾਏ, ਪਹਿਲਾ ਗੁਰਦੁਆਰਾ ਬਣਾਇਆ, ਸਾਰੀ ਲੋਕਲ ਜਿਹੜੇ ਸਥਾਨਕ ਵਸਨੀਕ ਸਨ ਉਹ ਗਏ ਸ਼ਾਹ ਆਲਮ ਦੇ ਕੋਲ ਕਿ ਇਹ ਕੀ ਹੋ ਗਿਆ, ਮਸਜਿਦ ਗਿਰਾ ਕੇ ਗੁਰਦੁਆਰਾ ਬਣ ਗਿਆ। ਸ਼ਾਹ ਆਲਮ ਨੇ ਕਿਹਾ ਕਿ ਮੈਂ ਮਜਬੂਰ ਹਾਂ, ਇਹ ਦੋ ਸ਼ਾਹੀ ਫੌਜਾਂ ਦੇ ਵਿਚਕਾਰ, ਦੋ ਸ਼ਾਹੀ ਸਲਤਨਤਾਂ ਦੇ ਵਿਚਕਾਰ ਇਹ ਸਮਝੌਤਾ ਮੈਂ ਕੁਝ ਨਹੀਂ ਕਰ ਸਕਦਾ। ਹੁਣ ਇਸ ਦੇ ਬਾਅਦ ਦੇਖੋ ਤੁਸੀਂ, ਕਮਾਲ ਦੀ ਗੱਲ ਹੈ ਰੰਧਾਵਾ ਸਾਹਿਬ, ਰਕਾਬਗੰਜ ਸਾਹਿਬ ਦੀ ਅਸੀਂ ਬੜੇ ਆਰਾਮ ਨਾਲ ਮੱਥਾ ਟੇਕਦੇ ਹਾਂ, ਅਸੀਂ ਆਰਾਮ ਨਾਲ ਚਲੇ ਜਾਂਦੇ ਹਾਂ। ਸਾਡੇ ਜਿਹੜੇ ਹੁਣ ਜੋੜ ਮੇਲੇ ਨਹੀਂ ਰਹਿ ਗਏ, ਮੇਲੇ ਰਹਿ ਗਏ ਆ, ਉਹ ਜੋੜ ਮੇਲੇ ਦੇ ਸਥਾਨ ਸੀ। ਦੂਜੇ ਪਾਸੇ ਉਹਨਾਂ ਨੇ ਇਹ ਕੰਮ ਕੀਤਾ ਕਿ ਜਿਹੜੇ ਰਕਾਬਗੰਜ ਸਾਹਿਬ ਤੇ ਮਸਜਿਦ ਸੀ ਬਣੀ ਹੋਈ, ਉੱਥੇ ਅਸੀਂ ਨਹੀਂ ਬਣਨ ਦੇਣਾ। ਪਬਲਿਕ ਸਿੱਧੀ ਆ ਗਈ, ਉਹ ਗਏ ਵੀ ਨਹੀਂ ਬਾਦਸ਼ਾਹ ਦੇ ਕੋਲ। ਤਾਂ ਸਰਦਾਰ ਬਘੇਲ ਸਿੰਘ ਨੇ
ਉਹਨਾਂ ਨੇ ਕੀਤਾ ਕੀ, ਸ਼ਾਇਦ ਜਿਵੇਂ ਅੱਜ ਦੇ ਪੋਲੀਟੀਸ਼ੀਅਨ ਕਰਦੇ ਆ, ਉਹਨਾਂ ਨੇ ਜਿਹੜੇ 94 ਮੁਸਲਮਾਨ ਸਨ ਉਹਨਾਂ ਦੇ ਪਤਾ ਕਰ ਲਏ, ਉਹਨਾਂ ਦੀਆਂ ਜਾਇਦਾਦਾਂ, ਔਰ ਆਪਣੇ ਬੰਦੇ ਉਹਨਾਂ ਦੀਆਂ ਜਾਇਦਾਦਾਂ ਦੇ ਉੱਤੇ ਭੇਜ ਦਿੱਤੇ। ਉਹ ਫਟਾਫਟ ਆ ਗਏ ਜੀ, ਸਾਡੀ ਜਾਇਦਾਦ ਛੱਡ ਦਿਓ, ਸਾਡੇ ਕੋਲੋਂ ਜੋ ਮਰਜ਼ੀ ਕਰਾਣਾ ਕਰਾ ਲਓ। ਔਰ ਇੱਥੇ ਅਗਲਾ ਕਿਰਦਾਰ ਸਿੱਖਾਂ ਦਾ ਕਿਤਨਾ ਦਿਲਚਸਪ ਹੈ, ਕਿਤਨਾ ਕਮਾਲ ਦਾ ਹੈ। ਸ਼ਾਮ ਨੂੰ, ਰਾਤ ਨੂੰ ਜਦੋਂ ਲੋਕੀ ਘਰੋਂ ਘਰੀ ਚਲੇ ਗਏ, ਪੁਰਾਣਾ ਟਾਈਮ ਸੀ ਤੇ ਉਸ ਵੇਲੇ ਸਾਰੇ ਘਰੋਂ ਘਰੀ ਚਲੇ ਗਏ, ਉਹ 4000 ਸਿੱਖਾਂ ਨੇ ਰਾਤ ਨੂੰ ਉਹ ਮਸਜਿਦ ਗਿਰਾਈ, ਉਹਦਾ ਮਲਬਾ ਜਮਨਾ ਪਾਰ ਸੁੱਟਿਆ, ਰਾਤੋਂ ਰਾਤ ਤਾਮੀਰ ਕਰਕੇ ਸਵੇਰ ਵੇਲੇ ਗੁਰਦੁਆਰਾ ਬਣਿਆ ਹੋਇਆ ਸੀ। ਇਹ ਹੈ ਸਿੱਖੀ। ਔਰ ਉਹ ਜਿਸ ਵੇਲੇ ਸਵੇਰੇ ਲੋਕੀ ਆਏ, ਉਹਨਾਂ ਨੇ ਦੇਖਿਆ, ਉਹ ਹੈਰਾਨ ਰਹਿ ਗਏ, ਪਰੇਸ਼ਾਨ ਹੋ ਗਏ, ਕੀ ਹੋਏਗਾ। ਫਿਰ ਇਹਨਾਂ ਨੇ ਜਿਹੜੀ ਸੀਸਗੰਜ ਸਾਹਿਬ ਦੀ ਜਗ੍ਹਾ ਲਈ, ਉਹ ਵੀ ਸੁਨਹਿਰੀ ਮਸਜਿਦ ਸੀ ਜਿੱਥੇ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕੀਤਾ ਗਿਆ ਸੀਗਾ। ਔਰ ਉਹ ਮਸਜਿਦ ਦਾ ਵਿਹੜਾ ਸੀ ਉੱਥੇ, ਔਰ ਜੋ ਕਿ ਲਾਲ ਕਿਲੇ ਦੇ ਕੋਲ ਸੀ। ਮੁਸਲਮਾਨਾਂ ਦੀ ਪੂਰੀ ਆਬਾਦੀ ਸੀ, ਦੋ ਮਸਜਿਦਾਂ ਦੇ ਵਿਚਕਾਰ, ਸ਼ਾਹੀ ਮਸਜਿਦ ਔਰ ਲਾਲ ਕਿਲੇ ਦੇ ਵਿਚਕਾਰ ਉਹ ਜਗ੍ਹਾ ਸੀ, ਸੁਨਹਿਰੀ ਮਸਜਿਦ। ਉਸ ਵੇਲੇ ਫਿਰ ਜਿਹੜੀ ਗੱਲ ਸੀ ਸਰਦਾਰ ਬਘੇਲ ਸਿੰਘ ਨੇ ਕੀਤੀ ਕਿ ਇਹ ਜਿਹੜਾ ਸ਼ਹੀਦੀ ਅਸਥਾਨ ਹੈ ਵਿਹੜੇ ਦੇ ਵਿੱਚ ਹੈ। ਉਹਨਾਂ ਨੂੰ ਕਿਹਾ ਕਿ ਤੁਸੀਂ ਮਸਜਿਦ ਇਸੇ ਤਰ੍ਹਾਂ ਰਹਿਣ ਦਿਓ, ਮਸਜਿਦ ਨੂੰ ਅਸੀਂ ਨਹੀਂ ਛੇੜਦੇ, ਤੁਸੀਂ ਇਦਾਂ ਕਰੋ, ਸਾਨੂੰ ਇਹ ਜਿਹੜਾ ਵਿਹੜੇ ਦੀ ਉਹ ਜਗ੍ਹਾ ਹੈ ਉਹ ਦੇ ਦਿਓ। ਉਹ ਉਸ ਲਈ ਮੰਨ ਗਏ। ਹੁਣ ਇਹਦੇ 'ਚ ਇੱਕ ਕੰਮ ਹੋਰ ਕੀਤਾ ਸਰਦਾਰ ਬਘੇਲ ਸਿੰਘ ਨੇ, ਉਹਨਾਂ ਨੇ ਆਪਣੀ ਕੋਤਵਾਲੀ ਸਬਜ਼ੀ ਮੰਡੀ ਤੋਂ ਇਹ ਸੁਨਹਿਰੀ ਮਸਜਿਦ ਔਰ ਸ਼ਹੀਦੀ ਅਸਥਾਨ ਦੇ ਵਿਚਕਾਰ ਕੋਤਵਾਲੀ ਬਣਾ ਲਈ, ਜਿਹੜੀ ਬਾਅਦ ਤੱਕ ਰਹੀ ਜਥੇਦਾਰ ਸੰਤੋਖ ਸਿੰਘ ਜੀ ਵੇਲੇ, ਉਹ ਫਿਰ ਵਾਪਸ ਸਿੱਖਾਂ ਨੂੰ ਮਿਲੀ ਹੈ। ਉਹ ਜਿਹੜੀ ਕੋਤਵਾਲੀ ਵਾਲੀ ਜਗ੍ਹਾ ਬਣ ਗਈ, ਉੱਥੇ ਗੁਰੂ ਤੇਗ ਬਹਾਦਰ ਜੀ ਜਿੱਥੇ ਸੰਸਕਾਰ ਕੀਤਾ ਸੀ, ਉੱਥੇ ਉਹਨਾਂ ਨੇ ਫਿਰ ਗੁਰਦੁਆਰਾ ਤਾਮੀਲ ਕੀਤਾ। ਪਰ ਉਸ ਦੇ ਬਾਅਦ ਇੱਕ ਵਾਰ ਫਿਰ ਉਸ ਨੂੰ ਗਿਰਾ ਦਿੱਤਾ ਗਿਆ 1857 ਦੇ ਬਾਅਦ, ਫਿਰ ਉਹਦਾ ਕੇਸ ਲੜਿਆ ਗਿਆ। ਉਹ ਬੜੀ ਵੱਡੀ ਇੱਕ ਵੱਖਰੀ ਵਾਰਤਾ ਹੈ ਜਿਹਦੇ ਮਹਾਰਾਜਾ ਜੀਂਦ ਦਾ ਬੜਾ ਵੱਡਾ ਰੋਲ ਸੀ। ਸੋ ਇਸ ਤਰੀਕੇ ਦੇ ਨਾਲ ਸਿੱਖਾਂ ਨੇ ਉਹ ਸਾਰੇ ਐਗਰੀਮੈਂਟ ਕਰਕੇ ਉਹ ਗੁਰਦੁਆਰੇ ਬਣਾਏ ਜੀ। ਤੋ ਇਸ ਤਰੀਕੇ ਦੇ ਨਾਲ ਇਹ ਬੜਾ ਕਮਾਲ ਦਾ ਇਤਿਹਾਸ ਹੈਗਾ ਜੀ। ਮੈਨੂੰ ਇਹ ਜ਼ਰੂਰ ਦੱਸਿਓ, ਮੈਂ ਕਿਤੇ ਪੜ੍ਹਿਆ ਹੈ ਕਿ ਜਦੋਂ ਸ਼ਾਹ ਆਲਮ ਨਾਲ ਸਿੰਘਾਂ ਦੀ ਮੁਲਾਕਾਤ ਹੁੰਦੀ ਆ, ਦਰਬਾਰ 'ਚ ਉਹਨਾਂ ਨੂੰ ਸੱਦਿਆ ਜਾਂਦਾ, ਜਦੋਂ ਸਿੰਘ ਦਿੱਲੀ ਨੂੰ ਛੱਡਦੇ ਆ, ਜਦੋਂ ਉਹ ਸਾਰੇ ਗੁਰਦੁਆਰੇ ਤਾਮੀਰ ਹੋ ਗਏ, ਉਸ ਤੋਂ ਬਾਅਦ ਵਾਪਸੀ ਕਰਨੀ ਸੀ, ਔਰ ਜਦੋਂ ਸ਼ਾਹੀ ਦਰਬਾਰ ਦੇ ਵਿੱਚ ਜਾਣਾ ਸੀ, ਔਰ ਜਿਹੜੀਆਂ ਸ਼ਰਤਾਂ ਉਹ ਬੜੀਆਂ ਦਿਲਚਸਪ ਸੀ। ਉਹਦੇ ਉੱਥੇ ਕਿਰਪਾਨ ਭੇਟ ਨਾ ਕਰਕੇ ਇੱਕ ਤੀਰ ਭੇਟ ਕੀਤਾ ਜਾਂਦਾ ਹੈ, ਉੱਥੇ ਸਿਰ ਨਹੀਂ ਝੁਕਾਇਆ ਜਾਂਦਾ ਬਾਦਸ਼ਾਹ ਦੇ ਮੂਹਰੇ, ਔਰ ਦਰਬਾਰ ਦਾ ਇਹ ਅਸੂਲ ਹੁੰਦਾ ਕਿ ਉੱਥੇ ਸਿਰ ਝੁਕਾਉਣਾ ਪੈਂਦਾ ਹੈ। ਉਹ ਕੈਸੇ ਸਾਡੇ ਪੁਰਖੇ ਸੀ, ਉਹਨਾਂ ਦੇ ਧੌਣ ਦੇ ਵਿੱਚ ਇੱਕ ਕੈਸਾ ਇਹ ਫਖਰ ਸੀ, ਮਾਣ ਸੀ, ਸਵੈਮਾਣ ਸੀ। ਜੀ ਇਹ ਨਾ ਜੀ ਪੰਥ ਪ੍ਰਕਾਸ਼ ਵੀ ਲਿਖਿਆ ਹੈ ਕਿ ਇੱਕ ਬੜੀ ਵੱਡੀ ਗੱਲ ਸੀ, ਸਿੱਖ ਕਦੀ ਸਲਾਮ ਨਹੀਂ ਸੀ ਕਰਦੇ, ਜੀ ਜੀ, ਕਿਸੇ ਨੂੰ ਸਲਾਮ ਨਹੀਂ ਸੀ ਕਰਦੇ। ਜਿਵੇਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਸੁਲਤਾਨਪੁਰ ਦੇ ਨਵਾਬ ਨੂੰ ਸਲਾਮ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਗੁਰੂ ਨਾਨਕ ਦੇਵ ਜੀ ਨੂੰ ਵੀ ਜਦੋਂ ਇੱਕ ਪੀਰ ਨੇ ਕਿਹਾ ਸੀ ਸਲਾਮ ਅਲੈਕ ਦਰਵੇਸ਼, ਐ ਦਰਵੇਸ਼ ਤੈਨੂੰ ਸਲਾਮ ਹੈ, ਤਾਂ ਆਮ ਤੌਰ ਤੇ ਉਹਦਾ ਜਵਾਬ ਦਿੱਤਾ ਜਾਂਦਾ ਵਾਲੇਕੁਮ ਸਲਾਮ, ਵਾਲੇਕੁਮ ਸਲਾਮ ਕਿਹਾ ਜਾਂਦਾ। ਸਲਾਮ ਵਾਲੇਕੁਮ, ਵਾਲੇਕੁਮ ਸਲਾਮ, ਇਹ ਦੋ ਹੁੰਦੇ ਹੈ। ਸੋ ਜਦੋਂ ਪੀਰ ਨੇ ਕਿਹਾ ਕਿ ਇਹ ਤੈਨੂੰ ਸਲਾਮ ਹੈ, ਤਾਂ ਹਜ਼ੂਰ ਨੇ ਉਹਨੂੰ ਸਲਾਮ ਨਹੀਂ ਫੇਰਿਆ, ਉਹਨਾਂ ਨੇ ਕਿਹਾ ਪੀਰ ਕੋ ਦਸਤ ਪੇ ਸਲਾਮ ਅਲੇਕ ਦਰਵੇਸ਼, ਉਹਨਾਂ ਨੇ ਕਿਹਾ ਅਲੇਕ ਕੋ ਸਲਾਮ ਪੀਰ ਕੋ ਦਸਤ ਪੇਸ਼, ਜੇ ਤੂੰ ਸਲਾਮ ਕਰਨੀ ਹੈ ਤੇ ਵਾਹਿਗੁਰੂ ਨੂੰ ਕਰ, ਉਸ ਰੱਬ ਨੂੰ ਕਰ, ਤੂੰ ਮੇਰੇ ਨਾਲ ਹੱਥ ਮਿਲਾ ਲੈ, ਪੀਰ ਕੋ ਦਸਤ ਪੇਸ਼। ਤਾਂ ਸਿੱਖ ਸਲਾਮ ਨਹੀਂ ਸੀ ਕਰਦੇ, ਇਹ ਉਹਨਾਂ ਦੀ ਪੁਰਾਣੀ ਪਰੰਪਰਾ ਸੀ। ਸੋ ਜਦੋਂ ਸਿੱਖਾਂ ਨੇ ਉਹ ਸਾਰੇ ਕਾਰਜ ਕਰ ਲਏ ਜਿਹਦੇ ਕਰਕੇ ਹੋਏ, ਉਹ ਸਾਰੇ ਕਾਰਜ ਜਦੋਂ ਉਹਨਾਂ ਨੇ ਪੂਰੇ ਕਰ ਲਏ, ਬਾਦਸ਼ਾਹ ਦੀ ਇੱਛਾ ਸੀ ਕਿ ਮੈਂ ਸਿੱਖ ਵੇਖਣਾ ਚਾਹੁੰਦਾ, ਅਜੇ ਤੱਕ ਉਹਨੇ ਵੇਖੇ ਨਹੀਂ ਸੀਗੇ, ਉਹਨੇ ਉਹਨਾਂ ਦੇ ਹੱਥ ਵੇਖੇ ਸੀ, ਉਹਨਾਂ ਦੇ ਚਿਹਰੇ ਨਹੀਂ ਸੀ ਵੇਖੇ, ਤੇ ਉਹ ਚਾਹੁੰਦਾ ਸੀ ਕਿ ਮੈਂ ਸਿੱਖ ਵੇਖਾਂ, ਤੇ ਉਹਨਾਂ ਨੂੰ ਦਰਖਾਸਤ ਕੀਤੀ ਗਈ ਕਿ ਤੁਸੀਂ ਆਓ। ਤਾਂ ਸਿੱਖਾਂ ਨੇ ਕਿਹਾ, ਫਿਰ ਸ਼ਰਤਾਂ ਰੱਖੀਆਂ ਕਿ ਅਸੀਂ ਆਵਾਂਗੇ, ਪਰ ਪਹਿਲੀ ਸ਼ਰਤ ਹੈ ਅਸੀਂ ਸਲਾਮ ਨਹੀਂ ਕਰਾਂਗੇ, ਘੋੜਿਆਂ ਤੋਂ ਥੱਲੇ ਨਹੀਂ ਉਤਰਾਂਗੇ, ਔਰ ਅਸੀਂ ਕਿਰਪਾਨ ਜਿਹੜੀ ਹੈ ਇਹ ਗੁਰੂ ਦੀ ਕਿਰਪਾਨ ਹੈ, ਅਸੀਂ ਕਿਸੇ ਨੂੰ ਦੇ ਨਹੀਂ ਸਕਦੇ। ਜਿਵੇਂ ਪੂਰਨ ਸਿੰਘ, ਪ੍ਰੋਫੈਸਰ ਪੂਰਨ ਸਿੰਘ ਕਹਿੰਦੇ ਆ, ਹਰ ਸਿੱਖ ਨੂੰ ਗੁਰੂ ਗੋਬਿੰਦ ਸਿੰਘ ਦੀ ਕਿਰਪਾਨ ਪਹਿਨਣੀ ਪੈਂਦੀ ਹੈ। ਇਹ ਮੇਰੀ ਨਹੀਂ ਹੈ, ਇਹ ਕੇਸ ਮੇਰੇ ਨਹੀਂ ਹੈ, ਇਹ ਦਸਤਾਰ ਮੇਰੀ ਨਹੀਂ ਹੈ, ਇਹ ਗੁਰੂ ਦੀ ਦਸਤਾਰ ਹੈ, ਗੁਰੂ ਦੀ ਅਮਾਨਤ ਹੈ, ਇਹ ਮੈਂ ਨਹੀਂ ਦੇ ਸਕਦਾ।
ਸੋ ਉਹ ਜਿਹੜੀਆਂ ਸਾਰੀਆਂ ਸ਼ਰਤਾਂ ਸੀ ਉਹਨਾਂ ਨੇ ਮੰਨੀਆਂ, ਔਰ ਉਹਦੇ ਤੇ ਫਿਰ ਸ਼ਾਹ ਆਲਮ ਨੇ ਉਚੇਚਾ ਪ੍ਰਬੰਧ ਕੀਤਾ। ਸਾਰੇ ਸ਼ਹਿਰ ਦੇ ਵਿੱਚ ਡੋਂਡੀ ਇੱਥੋਂ ਸਿੰਘ ਲੰਘਣਗੇ ਔਰ ਕੋਈ ਉਹਨਾਂ ਦੇ ਨਾਲ ਬਦਤਮੀਜ਼ੀ ਨਾ ਕਰੇ, ਕੋਈ ਹੁੱਲੜਬਾਜ਼ੀ ਨਾ ਕਰੇ। ਇਹ ਕੋਈ ਡਰਾਮਾ ਨਹੀਂ ਜੋ ਹੋ ਰਿਹਾ ਜਾਂ ਕੋਈ ਇਸ ਤਰ੍ਹਾਂ ਦਾ ਤਮਾਸ਼ਾ ਨਹੀਂ ਹੈ, ਔਰ ਉਹ ਪੂਰੇ ਹਥਿਆਰਬੰਦ ਹਨ ਔਰ ਪੂਰੇ ਸੁਚੇਤ ਹਨ। ਔਰ ਦੇਖੋ ਰੰਧਾਵਾ ਸਾਹਿਬ ਉਹ ਉਹਨਾਂ ਰਸਤਿਆਂ ਤੋਂ ਲੰਘੇ ਜਿਨ੍ਹਾਂ ਰਸਤਿਆਂ ਤੋਂ ਬਾਬਾ ਬੰਦਾ ਬਹਾਦਰ ਨੂੰ ਲੰਘਾਇਆ ਗਿਆ ਸੀ। ਅੱਛਾ, ਉਹਨਾਂ ਰਸਤਿਆਂ ਤੋਂ ਲੰਘੇ, ਯਾਨੀ ਇਤਿਹਾਸ ਨੂੰ ਉਹਨਾਂ ਨੇ ਮੋੜਿਆ, ਇਤਿਹਾਸ ਨੂੰ ਮੁੜ ਉਹਨਾਂ ਰਾਹਾਂ ਦੇ ਉੱਤੇ ਗਏ ਹੈ। ਔਰ ਜਿਨ੍ਹਾਂ ਰਾਹਾਂ ਦੇ ਉੱਤੇ ਬਾਬਾ ਬੰਦਾ ਸਿੰਘ ਬਹਾਦਰ ਦਾ ਹਾਥੀ ਦੇ ਉੱਤੇ ਉਹਨਾਂ ਨੇ ਇੱਕ ਪਿੰਜਰੇ ਦੇ ਵਿੱਚ ਉਹਨੂੰ ਇੱਕ ਲਾੜੇ ਦੇ ਕੱਪੜੇ ਪਵਾਏ ਸੀ, ਸੁਰਖ ਰੰਗ ਦੇ ਕੱਪੜੇ ਪਵਾਏ ਸੀ, ਸਿਰ ਤੇ ਕਲਗੀ ਲਗਾਈ ਹੋਈ ਸੀ, ਔਰ ਨਾਲ ਉਹਨਾਂ ਨੇ ਉਸ ਪਿੰਜਰੇ ਦੇ ਵਿੱਚ ਇੱਕ ਸਿਪਾਹੀ ਖੜਾ ਸੀ ਨੰਗੀ ਤਲਵਾਰ ਲੈ ਕੇ, ਪਰ ਹਾਲੇ ਵੀ ਡਰ ਇੰਨਾ ਸੀ ਉਹ ਸਿਪਾਹੀ ਦੇ ਵੀ ਪੈਰਾਂ ਦੇ ਵਿੱਚ ਸੰਗਲ ਬੰਨ ਕੇ ਉਹਨੂੰ ਪਿੰਜਰੇ ਨਾਲ ਬੰਨਿਆ ਸੀ, ਭੱਜਣ ਦੀ ਕੋਸ਼ਿਸ਼ ਨਾ ਕਰੇ। ਇਹ ਹਾਲਤ ਸੀ ਉਸ ਵੇਲੇ ਦੀ ਬਾਬਾ ਬੰਦਾ ਬਹਾਦਰ ਦੀ। ਔਰ ਉਸ ਵੇਲੇ ਜਦੋਂ ਇਹ ਜਲੂਸ ਗਿਆ ਔਰ ਉਹਦੇ ਵਿੱਚ ਖਾਸ ਇੱਕ ਉਚੇਚੀ ਗੱਲ ਕਹੀ ਗਈ ਸੀ ਕਿ ਜਿੰਨੀਆਂ ਮੀਟ ਦੀਆਂ ਦੁਕਾਨਾਂ ਉਹ ਬੰਦ ਰੱਖੀਆਂ ਜਾਣ, ਇੱਕ ਨਾਲ ਇਹ ਵੀ ਸ਼ਰਤ ਸੀ। ਤੇ ਜਦੋਂ ਫਿਰ ਸਿੰਘ ਗਏ ਹੈ ਔਰ ਜਦੋਂ ਅੰਦਰ ਵੜੇ ਹੈ ਤਾਂ ਅੰਦਰ ਸਾਹਮਣੇ ਸ਼ਾਹ ਆਲਮ ਸੀ ਔਰ ਦਰਬਾਰ ਲੱਗਾ ਹੋਇਆ ਸੀ ਜੀ, ਤੇ ਸਰਦਾਰ ਬਗੇਲ ਸਿੰਘ ਘੋੜੇ ਦੇ ਉੱਤੇ ਸਨ, ਉਹ ਘੋੜੇ ਦੇ ਉੱਤੇ ਬੈਠੇ ਰਹੇ, ਬਾਕੀ ਸਿੰਘ ਵੀ ਘੋੜਿਆਂ ਦੇ ਉੱਤੇ ਸਨ। ਤੇ ਉਸ ਵੇਲੇ ਉਹਨਾਂ ਨੂੰ ਉਹਨਾਂ ਦੀ ਤਰਫੋਂ ਸਰਦਾਰ ਬਗੇਲ ਸਿੰਘ ਦੀ ਤਰਫੋਂ ਕਿਸੇ ਉਹਨਾਂ ਦੇ ਮੁਗਲਾਂ ਦੇ ਕਿਸੇ ਪਿਆਦੇ ਨੇ ਉਹਨੂੰ ਜਿਹੜਾ ਝੁੱਕ ਕੇ ਸਲਾਮ ਕੀਤੀ। ਸਰਦਾਰ ਬਗੇਲ ਸਿੰਘ ਨੇ ਨਹੀਂ ਕੀਤੀ, ਕਿਸੇ ਸਿੱਖ ਨੇ ਨਹੀਂ ਕੀਤੀ। ਉਹਨਾਂ ਨੇ ਉਸ ਵੇਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾ ਕੇ ਔਰ ਜ਼ੋਰ ਦੀ ਜੈਕਾਰਾ ਛੱਡਿਆ ਜੀ। ਉਹ ਹੁਣ ਮੈਂ ਤਾਂ ਸਿਰਫ ਉਹ ਮੰਜ਼ਰ ਕੈਸਾ ਹੋਏਗਾ, ਉਹਨਾਂ ਦੇ ਉੱਤੇ ਕੀ ਅਸਰ ਹੋਇਆ ਹੋਏਗਾ ਕਿ ਉਹ ਕਿਸ ਤਰੀਕੇ ਦੇ ਨਾਲ ਹੋਏ। ਔਰ ਉਹਨਾਂ ਨੇ ਉਸ ਤੋਂ ਬਾਅਦ ਉਹਨੂੰ ਕਿਰਪਾਨ ਨਹੀਂ ਦਿੱਤੀ, ਉਹਨੂੰ ਤੀਰ ਦਿੱਤਾ। ਇਹ ਸਾਨੂੰ ਸਮਝਣ ਦੀ ਲੋੜ ਹੈ। ਅਸੀਂ ਹਰ ਕਿਸੇ ਨੂੰ ਕਿਰਪਾਨ ਭੇਟ ਕਰ ਦਿੰਦੇ ਹਾਂ, ਜਿਹੜਾ ਉੱਠਦਾ ਉਹਨੂੰ ਕਿਰਪਾਨ ਸਰੋਪਾ ਦੇ ਤੌਰ ਤੇ ਕਿਰਪਾਨ ਨਹੀਂ ਦਿੱਤੀ ਜਾਣੀ ਚਾਹੀਦੀ, ਨਹੀਂ ਦਿੱਤੀ ਜਾ ਸਕਦੀ। ਉਹਨਾਂ ਨੇ ਤੀਰ ਦਿੱਤਾ ਸੀਗਾ ਔਰ ਉਸ ਦੇ ਬਾਅਦ ਸ਼ਾਹ ਆਲਮ ਨੇ ਉਹਨਾਂ ਨੂੰ ਖਿਲਤ ਦਿੱਤੀ, ਇੱਕ ਬਹੁਤ ਸੁੱਚੇ ਮੋਤੀਆਂ ਦਾ ਹਾਰ ਦਿੱਤਾ ਔਰ ਕਈ ਚੀਜ਼ਾਂ ਦਿੱਤੀਆਂ। ਬਾਕੀ ਉਹਨਾਂ ਨੇ ਤੋਹਫੇ ਦਿੱਤੇ, ਸਾਰਾ ਕੁਝ ਕੀਤਾ। ਔਰ ਜਾਣ ਲੱਗਿਆਂ ਇੱਕ ਐਗਰੀਮੈਂਟ ਹੋਰ ਕੀਤਾ ਕਿ ਤੁਹਾਨੂੰ ਇਹ ਜਿਹੜਾ ਹਰ ਮਹੀਨੇ ਦਾ ਇੰਨਾ ਇਵਜ਼ਾਨਾ ਉੱਥੇ ਸ਼ਾਹੀ ਖਜ਼ਾਨੇ ਚੋਂ ਤੁਹਾਡੇ ਖਰਚੇ ਲਈ ਪਹੁੰਚਿਆ ਕਰੇਗਾ। ਸੋ ਇਹਦਾ ਕਾਰਨ ਵੀ ਇਹੀ ਸੀ, ਬੇਗਮ ਸਮਰੂ ਨੂੰ ਸੀ ਕਿ ਇੱਕ ਪਾਸੇ ਹਰਮੰਦਰ ਸਾਹਿਬ ਨੂੰ ਖਤਰਾ ਸੀ ਉਸ ਤਿਕੋਣੀ ਲੜਾਈ ਵਿੱਚ ਪੱਛਮ ਵਾਲੇ ਪਾਸਿਓਂ ਜੀ, ਉਧਰੋਂ ਖਤਰਾ ਸੀ ਔਰ ਇਧਰੋਂ ਸੀ ਦਿੱਲੀ ਵੱਲੋਂ। ਸੋ ਇਹ ਇੱਕ ਸਟ੍ਰੈਟਜੀ ਸੀ ਜਿਹਨੂੰ ਇੱਕ ਪਾਸਿਓਂ ਬੰਦ ਕਰਕੇ ਦੂਜੇ ਪਾਸੇ ਉਹਨਾਂ ਨੇ ਪ੍ਰੋਟੈਕਸ਼ਨ ਰੱਖੀ। ਹਾਲਾਂਕਿ ਕਈਆਂ ਨੇ ਇਸ ਦਾ ਮਜ਼ਾਕ ਵੀ ਉਡਾਇਆ, ਜਿਵੇਂ ਭੰਗੂ ਨੇ ਵੀ ਲਿਖ ਦਿੱਤਾ, ਅਗਰ ਨਾ ਬੰਤੇ ਸਿੱਖ ਤਬ ਬਿੱਲੀ ਤਬ ਨਾ ਉੜਤੀ ਤਬ ਜੋ ਨਾ ਤਜਤੇ ਦਿੱਲੀ ਤਬ ਨਾ ਉੜਤੀ ਐਸੀ ਖਿੱਲੀ ਪਰ ਭਾਵੀ ਥੀ ਯੂੰ ਹੀ ਲਿਖੀ। ਪਰ ਜੇਕਰ ਉਸ ਸਮੇਂ ਦੇ ਵਿੱਚ ਜਾ ਕੇ ਤੁਸੀਂ ਅਗਰ ਐਨਾਲਾਈਜ਼ ਕਰੋਗੇ ਤਾਂ ਇਹ ਉਹਨਾਂ ਦਾ ਬਹੁਤ ਹੀ ਇੱਕ ਸ਼ਾਨਦਾਰ ਔਰ ਬੁੱਧੀਮਾਨੀ ਭਰਪੂਰ ਜਿਹੜਾ ਇਹ ਫੈਸਲਾ ਸੀ ਕਿ ਇੱਕ ਪਾਸਿਓਂ ਖਤਰੇ ਨੂੰ ਬੰਦ ਕਰਕੇ, ਇਹਦਾ ਮਤਲਬ ਹੈ ਸਿੱਖ ਜੂਝਣਾ ਵੀ ਜਾਣਦੇ ਆ ਔਰ ਵਕਤ ਸਿਰ ਸਮਝੌਤਾ ਕਰਨਾ ਵੀ ਜਾਣਦੇ। ਅੱਛਾ, ਮੈਨੂੰ ਹਰੀਰਾਮ ਗੁਪਤਾ ਦੀ ਉਹ ਕਿਤਾਬ ਦੇ ਵਿੱਚ ਜਿਹੜਾ ਲਿਖਿਆ ਕਿ ਕੈਪਟਨ ਮਰੇ ਜਦੋਂ ਉਹ ਭੰਗੂ ਨੂੰ ਕਹਿੰਦਾ ਕਿ ਇਹ ਜਿੱਤ ਕੇ ਫਿਰ ਕੀ ਕਰੋਗੇ, ਜਿੱਤਣ ਤੋਂ ਬਾਅਦ ਹੋਰ ਕੀ ਕਰੋਗੇ, ਉਹ ਵੀ ਇੱਕ ਬੜਾ ਜਵਾਬ ਜਿਹੜਾ ਆਉਂਦਾ ਹੈ ਉਹ ਮਨ ਨੂੰ ਟੁੰਬਣ ਵਾਲਾ ਹੈ ਔਰ ਉਦੋਂ ਦੇ ਸਾਡੇ ਲੋਕਾਂ ਦੀ, ਸਾਡੇ ਪੁਰਖਿਆਂ ਦੀ ਮਨੋ ਅਵਸਥਾ, ਮਨੋ ਬਿਰਤੀ ਨੂੰ ਦਰਸਾਉਂਦਾ। ਸੋ ਇਹ ਸਵਾਲ ਬੜੇ ਵੱਡੇ ਨੇ, ਜੇ ਇਹਨਾਂ ਨੂੰ ਅੱਜ ਨਾਲ ਜੋੜ ਕੇ ਦੇਖੀਏ ਤੇ ਇਹ ਬੜੀ ਅਹਿਮੀਅਤ ਰੱਖਦੇ ਨੇ। ਵੀ ਦੂਜਾ ਸ਼ਾਇਦ ਸਵਾਲ ਉਹਦੇ ਵਿੱਚ ਇਹ ਵੀ ਜ਼ਿਕਰ ਆਉਂਦਾ ਹੈ ਕਿ ਤੁਹਾਨੂੰ ਪੰਜਾਬ ਦਾ ਰਾਜ ਕਿਹਨੇ ਦਿੱਤਾ, ਇਹ ਪਟਾ ਤੁਹਾਨੂੰ ਕਿਹਨੇ ਦਿੱਤਾ, ਠੀਕ ਹੈ ਜੀ। ਔਰ ਇਹਦੇ ਵਿੱਚ ਦਿਲਚਸਪ ਆਨਸਰ ਸੀਗੇ, ਮੈਨੂੰ ਜ਼ਰੂਰ ਸਾਂਝ ਪਵਾਇਓ। ਹਾਲਾਂਕਿ ਜਿਹੜੇ ਜੱਸਾ ਸਿੰਘ ਆਹਲੂਵਾਲੀਆ ਉਹਨਾਂ ਵੱਲੋਂ ਸਰਹੰਦ ਜਿਹੜਾ ਵਾਧਤਾ ਗਿਆ ਸੀ ਹਜ਼ਾਰਾਂ ਖੋਤੇ ਲਾ ਕੇ, ਔਰ ਅਜੇ ਵੀ ਉਹਦਾ ਮਲਬਾ ਥਾਂ ਮਿਲਦਾ, ਉਹ ਵੀ ਗੱਲ ਕਰਾਂਗੇ ਜੀ। ਇਸ ਤਰ੍ਹਾਂ ਜੀ ਇੱਕ ਜੌਨ ਡਾਵਸਨ ਹੋਏ ਹੈ, ਉਹਨਾਂ ਨੇ ਇੱਕ ਗੱਲ ਲਿਖੀ ਹੈ, ਉਹ ਕਹਿੰਦੇ ਕਿ ਇਫ ਯੂ ਵਾਂਟ ਟੂ ਕੰਟਰੋਲ ਯੂਰ ਫਿਊਚਰ ਕੰਟਰੋਲ ਯੂਰ ਪਾਸਟ।
ਅਗਰ ਤੁਸੀਂ ਭਵਿੱਖ ਨੂੰ ਕੰਟਰੋਲ ਕਰਨਾ ਹੈ, ਉਹਦੇ ਤੇ ਕਾਬੂ ਪਾਣਾ ਹੈ, ਤੁਹਾਨੂੰ ਆਪਣੇ ਮਾਜ਼ੀ ਦੇ ਉੱਤੇ, ਭੂਤਕਾਲ ਦੇ ਉੱਤੇ ਤੁਹਾਨੂੰ ਕਰਨਾ ਪੈ। ਮੈਂ ਸਿਰਫ ਇੱਕ ਹਵਾਲਾ ਦੇਣਾ ਚਾਹਾਂਗਾ, ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੂੰ ਜਦੋਂ ਸ਼ਹੀਦ ਕੀਤਾ ਜਾਣਾ, ਉਹਨਾਂ ਦੇ ਉੱਤੇ ਮਾਨਸਿਕ ਦਬਾਅ ਪਾਉਣ ਲਈ ਉਹਨਾਂ ਨੇ ਭਾਈ ਦਿਆਲਾ ਜੀ ਨੂੰ ਦੇਗ ਵਿੱਚ ਉਬਾਲਣ ਦਾ ਹੁਕਮ ਦਿੱਤਾ। ਹੁਣ ਦੇਗ ਤਿਆਰ ਹੋ ਗਈ, ਭਾਈ ਦਿਆਲਾ ਜੀ ਨੂੰ ਉਹਦੇ ਚ ਉਬਾਲਣ ਲੱਗੇ ਹੈ। ਉਹਨਾਂ ਨੂੰ ਪੁੱਛਿਆ ਤੁਹਾਡੀ ਇੱਛਾ ਕੀ ਹੈ? ਉਹਨਾਂ ਨੇ ਕਿਹਾ ਕਿ ਮੇਰਾ ਮੂੰਹ ਗੁਰੂ ਤੇਗ ਬਹਾਦਰ ਜੀ ਵੱਲ ਕਰ ਦਿੱਤਾ ਜਾਏ ਜੀ। ਹੁਣ ਗੁਰੂ ਤੇਗ ਬਹਾਦਰ ਜੀ ਦੇ ਸਾਹਮਣੇ ਹਨ, ਤਾਂ ਕਿ ਦੋਨਾਂ ਦੇ ਉੱਤੇ ਅਸਰ ਪਵੇ। ਸ਼ਾਇਦ ਇਹਦੇ ਕਰਕੇ ਉਹ ਤੇਗ ਬਹਾਦਰ ਡੋਲ ਜਾਏ, ਸ਼ਾਇਦ ਉਹਨਾਂ ਨੂੰ ਇਦਾਂ ਲੱਗਿਆ। ਤੇ ਭਾਈ ਦਿਆਲਾ ਜੀ ਨੇ ਜਿਹੜੀ ਉਸ ਵੇਲੇ ਅਰਦਾਸ ਕੀਤੀ, ਉਹ ਇਤਿਹਾਸ ਦਾ ਅੰਗ ਹੈ। ਭਾਈ ਦਿਆਲਾ ਜੀ ਕਹਿਣ ਲੱਗੇ, ਸਾਹਮਣੇ ਗੁਰੂ ਤੇਗ ਬਹਾਦਰ ਜੀ ਹਨ, ਕਹਿਣ ਲੱਗੇ, ਹੇ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ। ਦੇਖੋ ਕਮਾਲ ਦੀ ਗੱਲ, ਉਹ ਗੁਰੂ ਤੇਗ ਬਹਾਦਰ ਜੀ ਨੂੰ ਗੁਰੂ ਅਰਜਨ ਦੇਵ ਜੀ ਕਰਕੇ ਬੁਲਾ ਰਹੇ ਆ। ਕਹਿੰਦੇ, ਹੇ ਗੁਰੂ ਅਰਜਨ ਦੇਵ ਜੀ ਮਹਾਰਾਜ, ਤੁਸੀਂ ਇੱਕ ਵਾਰ ਪਹਿਲਾਂ ਜਹਾਂਗੀਰ ਦੀ ਦੇਗ ਵਿੱਚ ਉਬਲੇ ਸੀ, ਅੱਜ ਤੁਸੀਂ ਔਰੰਗਜ਼ੇਬ ਦੀ ਦੇਗ ਵਿੱਚ ਉਬਲ ਜਾਓ। ਇਹ ਇਤਿਹਾਸ ਹੈ ਜਿਹੜਾ ਪਿਛਲੀ ਗੱਲ, ਪਿਛਲਾ ਇਤਿਹਾਸ ਅੱਗੇ ਲਈ ਪ੍ਰੇਰਨਾ ਦਿੰਦਾ ਹੈ। ਭਾਈ ਸੁਬੇਗ ਸਿੰਘ, ਸ਼ਾਹਬਾਜ਼ ਸਿੰਘ, ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਬਾਪ ਬੇਟਾ, ਉਹਨਾਂ ਨੂੰ ਕਹਿਣ ਲੱਗੇ ਤੇਰਾ ਇੱਕੋ ਇੱਕ ਬੇਟਾ ਹੈ, ਤੂੰ ਆਪਣੀ ਕੁਲ ਬਚਾ ਲੈ। ਭਾਈ ਸੁਬੇਗ ਸਿੰਘ ਕਹਿਣ ਲੱਗੇ, ਹਮ ਕਾਰਨ ਗੁਰਕੁਲੇ ਗਵਾਈ, ਹਮ ਕੁਲ ਰਾਖੇ ਕੌਣ ਵਡਾਈ। ਜੇ ਕੱਲੀ ਬਚਣੀ ਹੁੰਦੀ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬਚ ਜਾਣੀ ਚਾਹੀਦੀ ਸੀ, ਮੈਂ ਆਪਣੀ ਕੁਲ ਬਚਾ ਕੇ ਕੀ ਕਰਾਂਗਾ। ਇਹ ਸਿੱਖ ਸਨ ਜਿਹੜੇ ਗੁਰੂ ਦੇ ਨਾਂ ਤੇ ਜੀਂਦੇ ਸਨ ਜੀ, ਔਰ ਗੁਰੂ ਦੇ ਨਾਂ ਦੇ ਉੱਤੇ ਉਹਨਾਂ ਦਾ ਸਾਰਾ ਜੀਵਨ ਸੀ ਔਰ ਅੰਤ ਸੀਗਾ। ਸੋ ਜਿਸ ਵੇਲੇ ਕੈਪਟਨ ਮਰੇ, ਅਕਟਰ ਲੋਨੀ ਦਿੱਲੀ ਦੇ ਰੈਜ਼ੀਡੈਂਟ ਆਏ, ਤਾਂ ਅੰਗਰੇਜ਼ਾਂ ਦੀ ਇੱਕ ਗੱਲ ਬੜੀ ਖਾਸ ਹੈ, ਖਾਸੀਅਤ ਹੈ, ਤੁਸੀਂ ਦੇਖੋਗੇ ਕਿ ਉਹ ਜਿੱਥੇ ਕਬਜ਼ਾ ਕਰਦੇ ਹੈ, ਜਿੱਥੇ ਆਉਂਦੇ, ਪਹਿਲਾਂ ਉਹਨਾਂ ਦਾ ਇਤਿਹਾਸ ਪੜ੍ਹਨਾ ਚਾਹੁੰਦੇ ਆ, ਸਮਝਣਾ ਚਾਹੁੰਦੇ ਆ। ਔਰ ਉਹਨਾਂ ਨੇ ਜਿੰਨੀਆਂ ਕਿਤਾਬਾਂ ਲਿਖੀਆਂ ਸਿੱਖਾਂ ਬਾਰੇ, ਉਹ ਅੱਜ ਵੀ ਕਮਾਲ ਦੀਆਂ ਕਿਤਾਬਾਂ, ਔਰ ਉਹਨਾਂ ਦੀਆਂ ਆਬਜ਼ਰਵੇਸ਼ਨ ਵੀ ਕਮਾਲ ਦੀ ਹੈ, ਬੜੀ ਕਮਾਲ ਦੀ ਹੈ। ਸਾਡਾ ਇਤਿਹਾਸ ਉਹਨਾਂ ਨੇ ਲਿਖਿਆ, ਉਹਨਾਂ ਨੇ ਸਾਂਭਿਆ। ਬੁੱਕ ਇੱਕ ਹੋਇਆ ਅੰਗਰੇਜ਼ ਬੁੱਕ ਨਾਂ ਦਾ, ਉਹਨੇ ਜਦੋਂ ਹਰਮੰਦਰ ਸਾਹਿਬ ਦੇ ਸਾਹਮਣੇ ਆਂਦਾ, ਅਕਾਲ ਤਖਤ ਸਾਹਿਬ ਦੇ ਸਾਹਮਣੇ ਮੂੰਹ ਕਰਦਾ, ਔਰ ਕਹਿ ਰਿਹਾ, ਲਿਖ ਰਿਹਾ ਆਪਣੀ ਕਿਤਾਬ ਦੇ ਵਿੱਚ, ਕਹਿੰਦਾ ਦਿਸ ਇਜ਼ ਦੀ ਪਲੇਸ ਵੇਅਰ ਦੇ ਮੈਨੂਫੈਕਚਰ ਸਿੱਖਸ। ਇਹ ਫੈਕਟਰੀ ਹੈ, ਇੱਥੇ ਸਿੱਖ ਮੈਨੂਫੈਕਚਰ ਕੀਤੇ ਜਾਂਦੇ ਆ। ਤੁਸੀਂ ਟੁੱਟਾ ਭੱਜਾ ਬੰਦਾ ਜਿਹੜਾ ਮਰਜ਼ੀ ਲੈ ਆਓ, ਉਹਨੂੰ ਇਹ ਖਾਲਸਾ ਬਣਾ ਕੇ ਪੇਸ਼ ਕਰ ਦਿੰਦੇ ਆ। ਦੇਖੋ ਇਹ ਇਤਿਹਾਸ ਹੈ ਸਾਡਾ। ਤੇ ਉਹ ਕੈਪਟਨ ਮਰੇ ਦੀ ਇਹ ਗੱਲ ਸੀ, ਉਸਨੇ ਕੀ ਕੀਤਾ, ਕਿਉਂਕਿ ਤੁਸੀਂ ਵੇਖੋ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸਤਲੁਜ ਤੱਕ ਸੀ ਜੀ, ਸਤਲੁਜ ਤੱਕ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ। ਸਤਲੁਜ ਤੋਂ ਪਾਰ, ਇਸ ਪਾਰ ਇਹ ਸਿੱਖ ਸਟੇਟਾਂ ਸਨ, ਨਾਭਾ, ਫਰੀਦਕੋਟ, ਜੀਂਦ, ਹੋਰ ਸਾਰੀਆਂ ਜਿੰਨੀਆਂ ਛੋਟੀਆਂ ਵੱਡੀਆਂ ਸਾਰੀਆਂ ਸਟੇਟਾਂ ਸੀ, ਜਿਹੜੀਆਂ ਕਾਫੀ ਦਿੱਲੀ ਤੱਕ ਜਾਂਦੀਆਂ ਸੀ, ਔਰ ਇਹ ਸਿੱਖ ਸਟੇਟਾਂ ਸੀ, ਸਿੱਖ ਰਿਆਸਤਾਂ ਸਨ। ਤਾਈਓ ਕਰਕੇ ਕਿਸੇ ਨੇ ਮਜ਼ਾਕ ਵਿੱਚ ਕਿਹਾ ਸੀ, ਸ਼ੇਰੇ, ਕਹਿੰਦਾ ਮਹਾਰਾਜਾ ਰਣਜੀਤ ਸਿੰਘ ਬਾਰੇ, ਸ਼ੇਰੇ ਪੰਜਾਬ ਐਕਸੈਪਟ ਲੁਧਿਆਣਾ ਐਂਡ ਫਿਰੋਜ਼ਪੁਰ, ਕਿਉਂਕਿ ਇਹ ਉਹਨਾਂ ਦੇ ਅੰਡਰ ਨਹੀਂ ਸਨ, ਇਹ ਬ੍ਰਿਟਿਸ਼ ਇੰਡੀਆ ਦੇ ਅੰਡਰ ਸਨ। ਤੇ ਜਿਸ ਵੇਲੇ ਅੰਗਰੇਜ਼ ਆਏ ਹੈ, ਐਕਟਰ ਲੋਨੀ ਨੇ, ਕੈਪਟਨ ਮਰੇ ਨੇ, ਉਹਨਾਂ ਨੇ ਸਿੱਖ ਸਰਦਾਰ ਸੱਦ ਲਏ। ਔਰ ਭੰਗੂ ਨੇ ਲਿਖਿਆ, ਕਹਿੰਦੇ ਕਿ ਉਹਨਾਂ ਸਿੱਖਾਂ ਨੂੰ ਸਵਾਲ ਪੁੱਛਿਆ ਕਿ ਤੁਸੀਂ ਇੰਨੇ ਸਾਲਾਂ ਦੀ, ਸਦੀਆਂ ਦੀ ਹਕੂਮਤ ਸੀ, ਸਲਤਨਤ ਸੀ, ਤੁਸੀਂ ਵਗਾ ਕੇ ਮਾਰੀ ਹੈ, ਤੁਸੀਂ ਇਹ ਦੱਸੋ ਕਿ ਤੁਹਾਨੂੰ ਉੱਥੇ ਰਾਜ ਕਰਨ ਦਾ ਪਟਾ ਕਿਹਨੇ ਦਿੱਤਾ? ਆਰ ਯੂ ਨਾਟ ਦੀ ਟ੍ਰੈਸਪਾਸਰ? ਇਹ ਦੇਖੋ ਇੱਕ ਬੜੀ ਵੱਡੀ ਚੀਜ਼ ਹੁੰਦੀ ਹੈ ਕਿ ਮਾਨਸਿਕ ਤੌਰ ਤੇ ਉਹਨਾਂ ਨੂੰ ਅਹਿਸਾਸ ਕਰਾਉਣਾ ਕਿ ਤੁਸੀਂ ਜਿਹੜਾ ਗਲਤ ਕਬਜ਼ਾ ਹੈ। ਹੁਣ ਜਿਸ ਨੂੰ ਇਹ ਅਹਿਸਾਸ ਹੋ ਜਾਏਗਾ, ਉਹਨੂੰ ਫਿਰ ਕੱਢਣਾ ਆਸਾਨ ਹੋਏਗਾ। ਹਾਲਾਂ ਆਪ ਉਹ ਲੁੱਟਮਾਰ ਕਰਦੇ ਆਏ ਹੈ ਤੇ ਉਹਨਾਂ ਨੂੰ ਕਹਿ ਰਹੇ ਕਿ ਤੁਸੀਂ ਲੁਟੇਰੇ ਨਹੀਂ ਗੇ। ਦੇਖੋ ਕਿੰਨੀ ਕਮਾਲ ਦੀ ਗੱਲ ਹੈ। ਤੇ ਉਹ ਕਹਿੰਦਾ ਜੀ, ਉਹ ਸਾਰੇ ਜਿਹੜੇ ਸੀ ਨਾ, ਉਹ ਚੁੱਪ ਹੋ ਗਏ, ਕੋਈ ਜਵਾਬ ਨਾ ਦੇ ਸਕਿਆ। ਤੇ ਉਹਨੂੰ ਬੜਾ ਅਜੀਬ ਲੱਗਾ, ਕਿਉਂਕਿ ਉਹ ਕਹਿੰਦਾ ਜਿੰਨੇ ਸਰਦਾਰ ਬੈਠੇ ਸੀ, ਸਭ ਨੇ ਰੇਸ਼ਮੀ ਕੱਪੜੇ ਪਾਏ, ਬੜੀਆਂ ਸੋਹਣੀਆਂ ਦਸਤਾਰਾਂ, ਤਿੱਲੇ ਵਾਲੀਆਂ ਜੁੱਤੀਆਂ, ਬੜੇ ਸੋਹਣੇ ਸ਼ਸਤਰ ਸਜਾਏ ਹੋਏ, ਔਰ ਉਹ ਚੁੱਪ ਹੋ ਗਏ ਕਿ ਜਦੋਂ ਉਹਨਾਂ ਨੂੰ ਪੁੱਛਿਆ ਕਿ ਤੁਹਾਨੂੰ ਰਾਜ ਕਿਹਨੇ ਦਿੱਤਾ, ਪਟਾ ਕਿਹਨੇ ਦਿੱਤਾ, ਉਹ ਚੁੱਪ ਹੋ ਗਏ। ਉਹਨੇ ਫਿਰ ਅਗਲਾ ਸਵਾਲ ਕੀਤਾ, ਕਹਿੰਦਾ ਅੱਛਾ ਇਹ ਦੱਸੋ ਕਿ ਤੁਹਾਡੀ ਤਾਰੀਖ ਕੀ ਹੈ, ਹਿਸਟਰੀ ਕੀ ਹੈ, ਤੁਹਾਡੀ ਤਾਰੀਖ ਕੀ ਹੈ? ਤੇ ਉਹ ਭੰਗੂ ਕਹਿੰਦਾ, ਉਹਨਾਂ ਚੋਂ ਇੱਕ ਬੋਲਿਆ ਜੀ, ਉਹ ਕੀ ਹੁੰਦੀ ਹੈ? ਉਹ ਭੰਗੂ ਕਹਿੰਦਾ, ਮੂਰਖ ਲੱਖ ਸਾਹਿਬ ਚੁੱਪ ਥੀਓ, ਮੂਰਖ ਜਾਣ ਕੇ ਸਾਹਿਬ ਚੁੱਪ ਹੋ ਗਿਆ। ਉਸਨੇ ਫਿਰ ਮੌਲਵੀ ਬੂਟੇ ਸ਼ਾਹ ਦੀ ਡਿਊਟੀ ਲਾਈ, ਜਿਹੜਾ ਕਿ ਅੰਗਰੇਜ਼ਾਂ ਦੇ ਕੰਪਨੀ ਦੇ, ਈਸਟ ਇੰਡੀਆ ਕੰਪਨੀ ਦੇ, ਉਹਨਾਂ ਦੇ ਲੁਧਿਆਣੇ ਦਫ਼ਤਰ 'ਚ ਕੰਮ ਕਰਦਾ ਸੀ। ਉਸਨੂੰ ਕਿਹਾ ਗਿਆ ਕਿ ਤੂੰ ਸਿੱਖਾਂ ਦਾ ਇਤਿਹਾਸ ਲਿਖ ਕੇ ਦੱਸ। ਉਹਨੇ ਇਤਿਹਾਸ ਲਿਖਿਆ ਜਿਹੜਾ ਮਿਲਦਾ ਵੀ ਹੈ।
ਔਰ ਭੰਗੂ ਰਤਨ ਸਿੰਘ ਭੰਗੂ ਨੂੰ ਪਤਾ ਲੱਗਾ ਕਿ ਉਹ ਮੌਲਵੀ ਬੂਟੇ ਸ਼ਾਹ ਸਾਡਾ ਇਤਿਹਾਸ ਲਿਖ ਰਿਹਾ। ਰਤਨ ਸਿੰਘ ਭੰਗੂ ਪਹੁੰਚ ਗਏ ਕੈਪਟਨ ਮਰੇ ਕੋਲ, ਕਹਿਣ ਲੱਗੇ ਕਿ ਉਹ ਸਾਡਾ ਇਤਿਹਾਸ ਕਿੱਦਾਂ ਦੱਸ ਸਕਦਾ ਤੁਹਾਨੂੰ, ਉਹਦੇ ਨਾਲ ਤੇ ਸਾਡੀ ਜੱਦੀ ਦੁਸ਼ਮਣੀ ਹੈਗੀ ਹੈ। ਤੇ ਉਹਨੇ ਕੈਪਟਨ ਮਰੇ ਨੇ ਫਿਰ ਕੁਝ ਇਨਸੀਡੈਂਟਸ ਦੇ ਬਾਰੇ ਪੁੱਛਿਆ ਕਿ ਤੂੰ ਮੈਨੂੰ ਇਹਨਾਂ ਬਾਰੇ ਦੱਸ। ਉਹਨੇ ਕਹਿੰਦੇ ਕਮਾਲ ਦੀ ਉਹਨਾਂ ਦੀ ਕ੍ਰੋਨੋਲੋਜੀ ਸੀ, ਉਹਨਾਂ ਦੀ ਜਾਣਕਾਰੀ ਸੀ, ਉਹਨਾਂ ਨੇ ਇੱਕ ਇੱਕ ਚੀਜ਼ ਬਕਾਇਦਾ ਉਹ ਘਟਨਾਵਾਂ ਸਾਰਾ ਕੁਝ ਦੱਸਿਆ। ਉਹ ਬੜਾ ਹੈਰਾਨ ਹੋਇਆ। ਬਾਬਾ ਆਪਣੇ ਸਰਦਾਰ ਰਤਨ ਸਿੰਘ ਭੰਗੂ ਨੇ ਕਿਹਾ ਕਿ ਮੇਰੇ ਬਾਬੇ ਨੇ ਉਹਨੇ ਮੱਸਾ ਰੰਗੜ ਨੂੰ ਮਾਰਿਆ ਸੀ। ਮੈਂ ਤੈਨੂੰ ਦੱਸ ਸਕਦਾ, ਮੈਨੂੰ ਸਾਰੀਆਂ ਗੱਲਾਂ ਦਾ ਪਤਾ ਹੈਗਾ। ਮੈਂ ਉਹਨਾਂ ਦੀ ਕੁੱਲ ਵਿੱਚੋਂ ਹੈਗਾ, ਬੋਤਾ ਸਿੰਘ ਉਹਨਾਂ ਦੀ ਜਿਹੜੇ ਸੁੱਖਾ ਸਿੰਘ ਮਹਿਤਾਬ ਸਿੰਘ ਦੀ ਕੁੱਲ ਵਿੱਚੋਂ ਆ। ਤੇ ਉਸ ਦੇ ਬਾਅਦ ਉਹਨੇ ਫਿਰ ਅਗਲਾ ਸਵਾਲ ਪੁੱਛਿਆ ਕਿ ਤੂੰ ਇਹ ਦੱਸ ਕਿ ਤੁਹਾਨੂੰ ਰਾਜ ਕਰਨ ਦਾ ਪਟਾ ਕਿਹਨੇ ਦਿੱਤਾ। ਬੜਾ ਸਿੱਧਾ ਸਵਾਲ ਸੀ ਔਰ ਜਿਹੜਾ ਜਵਾਬ ਉਹਨੇ ਦਿੱਤਾ, ਮੈਂ ਰੰਧਾਵਾ ਸਾਹਿਬ ਹਰ ਤੁਹਾਡੇ ਦਰਸ਼ਕ ਨੂੰ ਬੇਨਤੀ ਕਰਾਂਗਾ, ਹਰ ਸਿੱਖ ਨੂੰ ਕਰਾਂਗਾ ਕਿ 1900 ਸ਼ੁਰੂ ਦੇ ਵਿੱਚ 1910 15 20 ਤੱਕ ਹਰ ਗੁਰਦੁਆਰੇ ਦੇ ਵਿੱਚ ਪੰਥ ਪ੍ਰਕਾਸ਼ ਦੀ ਪ੍ਰਾਚੀਨ ਪੰਥ ਪ੍ਰਕਾਸ਼ ਦੀ ਕਥਾ ਹੁੰਦੀ ਸੀ ਜੀ। ਮਾਸਟਰ ਤਾਰਾ ਸਿੰਘ, ਭਾਈ ਜੋਤ ਸਿੰਘ, ਹੋਰ ਵੱਡੇ ਵੱਡੇ ਸਿੱਖ ਜਿਹੜੇ ਸੀ ਉਹ ਸਹਿਜਧਾਰੀ ਤੋਂ ਸਿੱਖ ਬਣੇ ਸੀ ਪੰਥ ਪ੍ਰਕਾਸ਼ ਦੀ ਕਥਾ ਸੁਣ ਕੇ। ਔਰ ਇੱਕ ਯਕੀਨ ਨਾਲ ਕਿਹਾ ਜਾ ਸਕਦਾ ਜੇਕਰ ਅੱਜ ਵੀ ਕੋਈ ਪੰਥ ਪ੍ਰਕਾਸ਼ ਦੀ ਕਥਾ ਸੁਣ ਲਏਗਾ, ਪੜ੍ਹ ਲਏਗਾ, ਉਹਦੇ ਵਿੱਚ ਜੀਵਨ ਵਿੱਚ ਤਬਦੀਲੀ ਆ ਜਾਏਗੀ। ਇਤਨਾ ਚੜ੍ਹਦੀ ਕਲਾ ਵਾਲਾ ਇਤਿਹਾਸ ਹੈ ਜਿਹਦਾ ਕੋਈ ਅੰਦਾਜ਼ਾ ਨਹੀਂ ਲਗਾ ਸਕਦੇ, ਪਰ ਅਸੀਂ ਅਵੇਸਲੇਪਨ ਵਿੱਚ ਗਵਾ ਲਿਆ ਹੈਗਾ। ਟੋੜਾ ਸਾਹਿਬ ਨੇ ਬੜਾ ਅੱਛਾ ਕੀਤਾ, ਉਸ ਨੂੰ ਛਾਪਿਆ ਸ਼੍ਰੋਮਣੀ ਕਮੇਟੀ ਵੱਲੋਂ। ਇਸ ਤੋਂ ਪਹਿਲਾਂ ਭਾਈ ਵੀਰ ਸਿੰਘ ਜੀ ਨੇ ਉਹਦੀ ਐਡਿਟ ਕਰਕੇ ਛਾਪਿਆ ਸੀ। ਹੁਣ ਡਾਕਟਰ ਬਲਵੰਤ ਸਿੰਘ ਜੀ ਨੇ ਵੀ ਛਾਪਿਆ, ਇੰਸਟੀਚਿਊਟ ਨੇ ਅੰਗਰੇਜ਼ੀ ਵਿੱਚ ਵੀ ਛਾਪਿਆ। ਉਹਨੂੰ ਮੁੜ ਰਿਵਾਈਵ ਕਰਨ ਦੀ ਲੋੜ ਹੈ। ਖੈਰ ਮੈਂ ਲਾਂਭੇ ਨਾ ਜਾਵਾਂ। ਤਾਂ ਉਹ ਜਿਹੜੀ ਗੱਲ ਉਹਨਾਂ ਨੇ ਪੁੱਛੀ ਕਿ ਤੁਹਾਨੂੰ ਰਾਜ ਕਰਨ ਦਾ ਪਟਾ ਕਿਹਨੇ ਦਿੱਤਾ, ਉਸ ਵੇਲੇ ਰਤਨ ਸਿੰਘ ਭੰਗੂ ਨੇ ਕਿਹਾ ਸਾਹਿਬ ਗੱਲ ਇਹ ਹੈ, ਅਸੀਂ ਗੁਰੂ ਨਾਨਕ ਦੇਵ ਜੀ ਨੂੰ ਮੰਨਦੇ ਹਾਂ, ਜਿਨ੍ਹਾਂ ਨੂੰ ਅਸੀਂ ਸੱਚਾ ਪਾਤਸ਼ਾਹ ਕਹਿੰਦੇ ਹਾਂ ਜੀ। ਗੁਰੂ ਨਾਨਕ ਦੇਵ ਜੀ ਦੀ ਗੱਦੀ ਦੇ ਉੱਤੇ ਗੁਰੂ ਗੋਬਿੰਦ ਸਿੰਘ ਸਾਹਿਬ ਸਨ, ਉਹ ਸੱਚਾ ਪਾਤਸ਼ਾਹ ਸਨ। ਗੁਰੂ ਨਾਨਕ ਦੀ ਗੱਦੀ ਦੇ ਵਾਰਿਸ ਗੁਰੂ ਗੋਬਿੰਦ ਸਿੰਘ ਜੀ ਸੱਚਾ ਪਾਤਸ਼ਾਹ ਸਨ। ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਸਾਨੂੰ ਲਿਖ ਕੇ ਦੇ ਕੇ ਗਏ ਹੈ, ਲਿਖ ਕੇ ਦੇ ਗਏ ਹੈ, ਇਨ ਗਰੀਬ ਸਿੱਖਨ ਕੋ ਦਿਓ ਪਾਤਸ਼ਾਹੀ, ਇਹ ਯਾਦ ਰੱਖੇ ਹਮਰੀ ਗੁਰਿਆਈ। ਗੁਰੂ ਗੋਬਿੰਦ ਸਿੰਘ ਸਾਹਿਬ ਦਾ ਦਿੱਤਾ ਹੋਇਆ ਪਟਾ ਦੁਨੀਆ ਦੀ ਕੋਈ ਤਾਕਤ ਕੈਂਸਲ ਨਹੀਂ ਕਰ ਸਕਦੀ। ਵਾਹ, ਕਮਾਲ ਹੈ, ਕਮਾਲ। ਰਤਨ ਸਿੰਘ ਭੰਗੂ ਦਾ ਜਵਾਬ ਸੀ ਜੀ ਜੀ। ਉਹ ਉੱਤੇ ਛੱਤ ਵੱਲ ਵੇਖਣ ਲੱਗ ਪਿਆ ਕਿ ਇਹ ਤਾਂ ਮੈਨੂੰ ਪੈ ਗਏ। ਤੇ ਉਹਦਾ ਅਗਲਾ ਸਵਾਲ ਬੜਾ ਤਿੱਖਾ ਸੀ, ਬੜਾ ਤਿੱਖਾ ਸੀਗਾ। ਉਹ ਕਹਿਣ ਲੱਗਾ ਕਿ ਸ਼੍ਰੀ ਰਾਮਚੰਦਰ ਜੀ ਨੇ ਆਪਣੀ ਸੰਤਾਨ ਨੂੰ ਰਾਜ ਦੇ ਦਿੱਤਾ। ਉਹ ਕਹਿਣ ਲੱਗਾ ਸ਼੍ਰੀ ਕ੍ਰਿਸ਼ਨ ਨੇ ਆਪਣੀ ਔਲਾਦ ਨੂੰ ਰਾਜਕਾਜ ਸੌਂਪ ਦਿੱਤਾ। ਗੁਰੂ ਗੋਬਿੰਦ ਸਿੰਘ ਆਪਣੀ ਔਲਾਦ ਨਹੀਂ ਬਚਾ ਸਕੇ, ਤੁਹਾਨੂੰ ਕੀ ਦੇ ਸਕਦੇ ਆ ਜੀ। ਬੜਾ ਚੁਭਵਾਂ, ਬੜਾ ਤਿੱਖਾ ਸਵਾਲ ਸੀ। ਜਿਹੜਾ ਜਵਾਬ ਉੱਥੇ ਫਿਰ ਸਰ ਰਤਨ ਸਿੰਘ ਭੰਗੂ ਨੇ ਦਿੱਤਾ ਉਹ ਇਤਿਹਾਸ ਹੈ। ਅੱਜ ਵੀ ਉਹ ਸਾਡੀ ਰਹਿਨੁਮਾਈ ਕਰ ਰਿਹਾ ਹੈ। ਰਤਨ ਸਿੰਘ ਭੰਗੂ ਕਹਿਣ ਲੱਗੇ ਬਾਤ ਸਾਹਿਬ ਇੱਕ ਗੱਲ ਸਮਝ ਲੈ ਕਿ ਔਲਾਦ ਨੂੰ ਧਰਤੀ ਪੁੱਤਰ ਕਿਹਾ ਜਾਂਦਾ ਹੈ ਜੀ। ਇਹ ਔਲਾਦ ਨੂੰ ਸਾਹਿਤ ਦੇ ਵਿੱਚ ਧਰਤੀ ਪੁੱਤਰ ਕਿਹਾ ਜਾਂਦਾ ਹੈ। ਘਾਹ ਨੂੰ ਵੀ ਧਰਤੀ ਪੁੱਤਰ ਕਿਹਾ ਜਾਂਦਾ ਹੈ ਕਿਉਂਕਿ ਧਰਤੀ 'ਚ ਉਗਦੀ ਹੈ। ਪਰ ਇੱਕ ਗੱਲ ਦੇਖੋ, ਜਿਹੜੀ ਥਾਂ ਤੇ ਘਾਹ ਉਗਦੀ ਹੈ ਉੱਥੇ ਫਸਲ ਨਹੀਂ ਉਗਦੀ, ਔਰ ਜਿੱਥੇ ਫਸਲ ਉਗਦੀ ਹੈ ਉੱਥੇ ਘਾਹ ਨਹੀਂ ਉਗਦੀ। ਸੋ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣਾ ਧਰਤੀ ਪੁੱਤਰ ਨਹੀਂ ਉਗਣ ਦਿੱਤਾ। ਉਹਨਾਂ ਨੇ ਸੰਸਾਰ ਦੀ ਉਦਰ ਪੂਰਤੀ ਲਈ ਉਹਨਾਂ ਨੇ ਖਾਲਸੇ ਦੀ ਫਸਲ ਤਿਆਰ ਕੀਤੀ ਹੈ। ਵਾਹ, ਕਮਾਲ ਹੈ। ਉਹਨਾਂ ਨੇ ਆਪਣਾ ਧਰਤੀ ਪੁੱਤਰ ਨਹੀਂ ਉਗਣ ਦਿੱਤਾ, ਉਹਨਾਂ ਨੇ ਖਾਲਸੇ ਦੀ ਫਸਲ ਤਿਆਰ ਕੀਤੀ ਹੈ। ਔਰ ਨਾਲ ਇੱਕ ਵਰ ਦੇ ਕੇ ਗਏ ਹੈ, ਇੱਕ ਵਾਅਦਾ ਕਰਕੇ ਗਏ ਹੈ, ਪੰਥ ਖਾਲਸਾ ਖੇਤੀ ਮੇਰੀ ਹਉ ਸੰਭਾਲ ਕਰੋ ਤਿਸ ਕੇਰੀ। ਇਹ ਖੇਤੀ ਜਿਹੜੀ ਹੈ, ਕੋਈ ਜਿਹੜਾ ਜੱਟ ਹੈ, ਜੱਟ ਦਾ ਮਤਲਬ ਕੋਈ ਕਾਸਟ ਨਹੀਂ ਹੈ, ਜੱਟ ਦਾ ਮਤਲਬ ਜਿਹੜਾ ਖੇਤੀ ਕਰਨ ਵਾਲਾ ਹੈ, ਇਹ ਆਪਣੀ ਖੇਤੀ ਨੂੰ ਬਰਬਾਦ ਨਹੀਂ ਕਰ ਸਕਦਾ, ਖੇਤੀ ਦੇ ਉੱਤੇ ਸਮਝੌਤਾ ਨਹੀਂ ਕਰ ਸਕਦਾ। ਉਹ ਜਿਹੜਾ ਹੈਗਾ ਗੁਰੂ ਗੋਬਿੰਦ ਸਿੰਘ ਸਾਹਿਬ ਕਹਿ ਰਹੇ ਹੈ ਕਿ ਮੈਂ ਜੱਟ ਹਾਂ, ਇਹ ਮੇਰੀ ਖੇਤੀ ਹੈ ਔਰ ਇਸ ਖੇਤੀ ਦੀ ਸੰਭਾਲ ਮੇਰਾ ਵਾਅਦਾ ਹੈ। ਉਸ ਵੇਲੇ ਫਿਰ ਉਹਨੇ ਕਿਹਾ ਜਿਹੜੀ ਗੱਲ ਮੈਂ ਪਹਿਲਾਂ ਕਹੀ ਕਿ ਰਤਨ ਸਿੰਘ ਭੰਗੂ ਨੇ ਕਿਹਾ ਖਾਲਸਾ ਹੋਵੇ ਖੁਦ ਖੁਦਾ,
ਜਿਹੜੇ ਖੁਦਾ ਦੇ ਗੁਣ ਹੈ ਉਹ ਖਾਲਸੇ ਦੇ ਅੰਦਰ ਹੈਗੇ ਆ। ਖਾਲਸਾ ਹੋਵੇ ਖੁਦ ਖੁਦਾ, ਜਿਮ ਖੂਬੀ ਖੂਬ ਖੁਦਾਏ, ਈਨ ਨਾ ਮੰਨੇ ਆਨ ਕੀ ਇੱਕ ਸੱਚੇ ਬਿਨ ਪਾਤਸ਼ਾਹੇ। ਇਹ ਬਿਨਾਂ ਸੱਚੇ ਪਾਤਸ਼ਾਹ ਦੇ ਕਿਸੇ ਦੀ ਈਨ ਨਹੀਂ ਮੰਨ ਸਕਦਾ। ਫਿਰ ਅਕਟਰ ਲੋਨੀ ਨੇ ਜਿਹੜੀ ਆਪਣੀ ਰਿਪੋਰਟ ਭੇਜੀ ਸੀ ਇੰਗਲੈਂਡ, ਉਹਨੇ ਇੱਕ ਗੱਲ ਕਹੀ ਸੀ। ਉਹਨੇ ਕਿਹਾ ਇਹ ਜਿਹੜੇ ਲੋਕ ਹਨ, ਇਹ ਜਿਹੜੇ ਸਿੱਖ ਹਨ, ਇਹਨਾਂ ਨੂੰ ਤੁਸੀਂ ਦੋਸਤ ਬਣਾ ਲਓ, ਇਹ ਤੁਹਾਡੇ ਲਈ ਆਪਣੀ ਜਾਨ ਦੇ ਦੇਣਗੇ, ਆਪਣੀ ਜਾਨ ਕੁਰਬਾਨ ਕਰ ਦੇਣਗੇ, ਪਰ ਜਦੋਂ ਤੁਸੀਂ ਇਹਨਾਂ ਨੂੰ ਰਈਅਤ ਬਣਾਉਣ ਦੀ ਕੋਸ਼ਿਸ਼ ਕਰੋਗੇ, ਜਾਂ ਇਹ ਹਾਕਮ ਬਣ ਜਾਣਗੇ ਜਾਂ ਬਾਗੀ ਬਣ ਜਾਣਗੇ। ਅੱਛਾ, ਮੈਨੂੰ ਇਹ ਜਿਹੜੀਆਂ ਜੀ 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 ਇਹਦੇ 'ਚ ਮੈਂ ਇੱਕ ਗੱਲ ਹੋਰ ਜੋੜਨੀ ਚਾਹੁੰਦਾ। ਅੰਗਰੇਜ਼ਾਂ ਨੇ ਇਸ ਗੱਲ ਨੂੰ ਆਪਣੇ ਪੱਲੇ ਬੰਨ ਲਿਆ, ਔਰ ਉਹ ਦੇਖੋ 1947 ਤੱਕ ਉਹਨਾਂ ਦੇ ਹੁਕਮ ਸੀ, ਆਦੇਸ਼ ਸੀ ਕਿ ਸਿੱਖ ਨੂੰ ਉਸਦੇ ਧਰਮ ਵਿੱਚ ਪੱਕਾ ਕਰਦੇ ਸੀ। ਧਰਮ ਦੇ ਵਿੱਚ ਪੱਕਾ ਕਰਕੇ ਉਹਨੂੰ ਅੰਮ੍ਰਿਤ ਛਕਾਇਆ ਜਾਂਦਾ ਸੀ। ਪੁੱਛਿਆ ਜਾਂਦਾ ਸੀ ਫੌਜੀ ਨੂੰ, ਮੇਰੇ ਪਿਤਾ ਜੀ ਵੀ ਦੱਸਦੇ ਸੀ, ਉਹ ਅੰਗਰੇਜ਼ ਅਫਸਰ ਪੁੱਛਦਾ ਸੀ, ਜਵਾਨ ਮਿੱਠਾ ਪਾਣੀ ਪੀਆ ਕਿ ਨਹੀਂ, ਉਹ ਪਤਲੂਨਾ ਉਤਰਵਾ ਕੇ ਕਛਹਿਰੇ ਚੈੱਕ ਕਰਦੇ ਸੀਗੇ। ਅੱਛਾ, ਤਾਂ ਕਿ ਉਹ ਸਿੱਖੀ ਵਿੱਚ ਪੱਕਾ ਕਰਕੇ ਫਿਰ ਗੁਰੂ ਗ੍ਰੰਥ ਸਾਹਿਬ ਦੀ ਸਹੁੰ ਚੁਕਾਉਂਦੇ ਸੀ। ਜਦੋਂ ਉਹ ਸਹੁੰ ਚੁਕਾਉਂਦੇ ਸੀ, ਇੱਕ ਹੱਥ ਦੇ ਵਿੱਚ ਉਹ ਯੂਨੀਅਨ ਜੈਕ ਔਰ ਦੂਜੇ ਹੱਥ ਵਿੱਚ ਉਹ ਦੂਜੇ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਉਸ ਨੂੰ ਧਰਮ ਦੀ ਸਹੁੰ ਚੁਕਾ ਕੇ ਉਹਨੂੰ ਵਫਾਦਾਰ ਬਣਾਉਂਦੇ ਸੀ। ਇਹ ਜਿਹੜੀ ਪਰੰਪਰਾ ਸੀ ਉਹਨਾਂ ਨੇ ਉਹ ਕਾਇਮ ਰੱਖੀ। ਸ਼ਾਇਦ ਕਾਸ਼ ਜੇ ਇਹ ਸਿੱਖੀ ਦੀ ਪਰੰਪਰਾ ਭਾਰਤੀ ਫੌਜ ਵਿੱਚ ਵੀ ਅੱਗੇ ਅਪਣਾਈ ਗਈ ਹੁੰਦੀ। ਅੱਛਾ, ਇਹਦੇ 'ਚ ਇੱਕ ਉਹ ਦਿਲਚਸਪ ਸੀਗਾ ਸਮਾਂ, ਜਦੋਂ ਤੁਸੀਂ ਗੱਲ ਕਰਦਿਆਂ ਮੈਨੂੰ ਦੱਸਿਆ ਸੀ ਕਿ ਕਲਕੱਤੇ ਤੋਂ ਲੰਡਨ ਤੱਕ ਬ੍ਰਿਜ ਬਣਾਉਣ ਦੀ ਜਿਹੜੀ ਗੱਲ ਕੀਤੀ, ਤੇ ਜਿਹਨੂੰ ਸੁਣ ਕੇ ਉਹ ਅੰਗਰੇਜ਼ ਸੁੰਨ ਹੋ ਗਿਆ ਕਿ ਹੁਣ ਅਗਲਾ ਕਬਜ਼ਾ ਵਲਾਇਤ ਤੇ ਹੋਊਗਾ। ਉਹ ਵੀ ਦੇਖੋ ਇਤਿਹਾਸ ਵਿੱਚ ਕਿੰਨੀਆਂ ਕਲਪਨਾਵਾਂ ਨੇ, ਸਾਡੇ ਪੁਰਖੇ ਕਿੱਡੀ ਵੱਡੀ ਕਲਪਨਾ ਸੋਚ ਰੱਖਦੇ ਸੀ। ਗੱਲ ਇਹ ਕਿ ਇਹ ਨਾ ਹਰੀਰਾਮ ਗੁਪਤਾ ਦੀ ਜਿਹੜੀ ਕਿਤਾਬ ਹੈ, ਉਹਨਾਂ ਨੇ ਬੜੀ ਅੱਛੀ ਕਿਤਾਬ ਇੱਕ ਲਿਖੀ ਹੈ, ਜਿਹੜੀ ਕਿ 5 ਵਾਲੀਅਮ ਵਿੱਚ ਹੈਗੀ ਹੈ, ਹਿਸਟਰੀ ਆਫ ਦਾ ਸਿੱਖਸ। ਉਹ ਪੜ੍ਹਨ ਲਾਇਕ ਹੈ, ਵਾਕਈ ਉਹ ਬੜੀ ਸ਼ਾਨਦਾਰ ਕਿਤਾਬ ਹੈਗੀ ਹੈ। ਤੇ ਉਸ ਦੇ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਇੱਕ ਅੰਗਰੇਜ਼ ਜਿਹੜਾ ਸੀਗਾ ਉਹ ਪ੍ਰਿਜ਼ਨਰ ਬਣ ਗਿਆ, 1845 ਦੀ ਗੱਲ ਹੈ, ਔਰ ਉਹ ਇੱਕ ਸਿੱਖ ਫੌਜੀ ਨੂੰ ਪੁੱਛਣ ਲੱਗਾ, ਉਹਦੀ ਜਿਹੜੇ ਐਗਜ਼ੈਕਟ ਲਫ਼ਜ਼ ਹੈਗੇ ਹੈ, what will you do if you win? ਜੀ, ਉਹ ਕਹਿੰਦਾ we will conquer England। ਤੇ ਅੰਗਰੇਜ਼ ਕਹਿੰਦਾ it is across 7 seas, ਇਹ 7 ਸਮੁੰਦਰਾਂ ਤੋਂ ਪਾਰ ਹੈ, 7 ਸਮੁੰਦਰਾਂ ਤੋਂ ਪਾਰ ਹੈ। ਤੇ ਉਹ ਸਿੱਖ ਕਹਿਣ ਲੱਗਾ, ਸਿੰਘ ਕਹਿੰਦਾ we will build a bridge from Calcutta to London। ਕਮਾਲ ਹੈ, ਕਮਾਲ। ਸੋ ਉਹ ਗੱਲ ਇਹ ਹੈ ਕਿ ਇਹ ਜਿਹੜੀ ਚੜ੍ਹਦੀ ਕਲਾ ਨਾ ਜੀ, ਉਹ ਤੁਸੀਂ ਦੇਖੋ ਜੋ ਪਹਿਲੇ ਵੀ ਸੀਗਾ। ਔਰ ਇਹ ਚੜ੍ਹਦੀ ਕਲਾ ਰੰਧਾਵਾ ਸਾਹਿਬ, ਮੈਂ ਸਿਰਫ 2 ਘਟਨਾਵਾਂ ਜ਼ਰੂਰ ਹੈ, ਕਿਉਂਕਿ ਗੱਲ ਉਸ ਚੜ੍ਹਦੀ ਕਲਾ ਦੀ ਚੱਲ ਰਹੀ ਹੈ। ਜਦੋਂ ਬਹਾਦਰ ਸ਼ਾਹ ਉਹਦਾ ਰਾਜ ਮਿਲਣਾ ਸੀ ਜੀ, ਉਹਦੇ ਭਰਾਵਾਂ ਦਾ ਝਗੜਾ ਹੋਇਆ, ਬਹਾਦਰ ਸ਼ਾਹ ਨੇ ਗੁਰੂ ਗੋਬਿੰਦ ਸਿੰਘ ਜੀ ਕੋਲੋਂ ਮਦਦ ਮੰਗੀ ਹੈ। ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਅਖੀਰਲੀ ਲੜਾਈ ਸੀ, ਜਾਜੋਂ ਦੀ ਲੜਾਈ ਆਗਰੇ ਦੇ ਕੋਲ ਹੋਈ ਹੈ, ਔਰ ਉਹਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਖੁਦ ਨਹੀਂ ਸ਼ਾਮਲ ਹੋਏ ਜੀ। ਜਦੋਂ ਇਹ ਕੋਈ ਸਾਖੀ ਨਹੀਂ ਹੈ, ਇਹ ਇਤਿਹਾਸ ਹੈ। ਔਰ ਉਸ ਵੇਲੇ ਜਿਹੜੇ ਬਹਾਦਰ ਸ਼ਾਹ ਨੇ ਜਦੋਂ ਮਦਦ ਮੰਗੀ, ਤੇ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ 300 ਸਿੱਖਾਂ ਨੂੰ ਕਿਹਾ ਕਿ ਜਾਓ ਇਹਦੇ ਨਾਲ ਮਦਦ ਕਰੋ ਜੀ। ਉਹ 300 ਕਹਿਣ ਲੱਗੇ ਅਸੀਂ ਕੀ ਕਰਾਂਗੇ, ਇੱਥੇ ਇਹਨਾਂ ਦਾ ਭੇੜ ਹੈ, ਸ਼ਾਹਾਂ ਦਾ ਭੇੜ ਹੈ, 4 ਲੱਖ ਫੌਜ ਹੈ, ਤੋਪਾਂ ਇਹਨਾਂ ਕੋਲ ਹੈ, ਹਾਥੀ ਇਹਨਾਂ ਕੋਲ ਹੈ, ਅਸੀਂ 300 ਹੈਗੇ ਆ। ਗੁਰੂ ਸਾਹਿਬ ਨੇ ਕਿਹਾ ਨਹੀਂ, ਜਾਓ, ਜਦੋਂ ਭੀੜਾ ਪਈ ਅਰਦਾਸ ਕਰਨੀ, ਗੁਰੂ ਬੌੜੀ ਕਰੇਗਾ। ਹੁਣ ਡਾਕਟਰ ਕਿਰਪਾਲ ਸਿੰਘ ਜੀ ਇਤਿਹਾਸਕਾਰ, ਮੈਂ ਉਹਨਾਂ ਨਾਲ ਗੱਲ ਕਰ ਰਿਹਾ ਸੀ, ਉਹ ਕਹਿੰਦੇ ਮੇਰਾ ਮਨ ਡੋਲ ਗਿਆ। ਮੈਂ ਹਾਲਾਂ ਇਤਿਹਾਸਕਾਰ ਹਾਂ, ਕਹਿੰਦੇ ਕਿ ਮੈਂ ਕਿਹਾ ਇਹ ਕਿੱਦਾਂ ਹੋ ਸਕਦਾ ਹੈ, 400 ਮਤਲਬ ਇੰਨੀ ਵੱਡੀ ਫੌਜਾਂ ਦੇ ਵਿੱਚ ਜਾ ਕੇ 4 ਲੱਖ ਦੀ ਫੌਜ 300 ਸਿੱਖ ਕੀ ਕਰਨਗੇ। ਤਾਂ ਉਸ ਵੇਲੇ ਕਹਿੰਦੇ ਇਤਿਹਾਸ ਵਿੱਚ ਲਿਖਿਆ ਹੈ ਕਿ ਬਹਾਦਰ ਸ਼ਾਹ ਨੂੰ ਵੀ ਪੁੱਛਿਆ ਕਿ ਤੂੰ 4-3, ਇਹਨਾਂ ਦਾ ਜਵਾਬ ਸੀ ਇਹਨਾਂ ਦੇ ਕੋਲ ਰੂਹਾਨੀ ਸ਼ਕਤੀ ਹੈ। ਇਹ ਜਿਹੜੀ ਰੂਹਾਨੀਅਤ ਦੀ ਸ਼ਕਤੀ ਹੈ ਨਾ ਜੀ, ਜਿਹੜੀ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਵੱਲੋਂ ਔਰੰਗਜ਼ੇਬ ਨੂੰ ਚਿੱਠੀ ਦੇ ਸਕਦੇ ਹੈ ਕਿ ਚਿਹਾ ਸ਼ੁੱਧ ਕੇ ਚੂ ਬੱਚਗਾ ਕੁਛ ਤਾਂ ਚਾਰ ਕੇ ਬਾਕੀ ਬੰਮਾਂ ਦਸਤ ਪੇਚੀ ਦਾ ਮਾਰ। ਕੀ ਹੋਇਆ ਜੇ 4 ਬੱਚੇ ਮਾਰੇ ਗਏ, ਅਜੇ ਤੇ ਫਨੀਅਰ ਸਭ ਬਾਕੀ ਹੈ, ਉਹ ਤੇਰਾ ਖੂਨ ਪੀ ਜਾਏਗਾ। ਉਹ ਕਹਿ ਸਕਦੇ ਹੈ ਔਰੰਗਜ਼ੇਬ ਨੂੰ,
ਹੁਮਾਰਾ ਕਸੇ ਸਾਏ ਆਇਤ ਬਰੇ ਬਰੋ ਦਾ ਸਦਾਰਤ ਨਾ ਜਾਗੇ ਦਲੇਰ, ਜਿਹਦੇ ਸਿਰ ਦੇ ਉੱਤੇ ਹੁਮਾ ਦਾ ਰੱਬ ਦਾ ਸਾਇਆ ਹੋ ਜਾਏ, ਤੇਰੇ ਵਰਗੇ ਕਾਂ ਦਾ ਕੀ ਵਿਗਾੜ ਸਕਦੇ? ਇਹ ਸਪਿਰਿਟ ਉੱਥੋਂ ਆਈ ਹੈ, ਉਂਝੇ ਨਹੀਂ ਆ ਗਈ, ਕਿਸੇ ਨੇ ਦੇ ਦਿੱਤੀ ਹੈਗੀ। ਤੋ ਉਹ ਜਿਸ ਵੇਲੇ ਡਾਕਟਰ ਕਿਰਪਾਲ ਸਿੰਘ ਜੀ ਕਹਿੰਦੇ ਮੈਂ ਕਲਕੱਤੇ ਗਿਆ ਤੇ ਮੈਂ ਏਸ਼ੀਆਟਿਕ ਸੁਸਾਇਟੀ ਦਾ ਪ੍ਰੈਜ਼ੀਡੈਂਟ ਸੀ ਤੇ ਮੈਂ ਉਹ ਕਿਤਾਬਾਂ ਕਢਵਾਈਆਂ, ਸਾਰਾ ਰਿਕਾਰਡ ਕਢਾਇਆ ਜਾਜੋ ਦਾ, ਉਹ ਮੌਜੂਦ ਹੈ। ਔਰ ਉਹਦੇ ਵਿੱਚ ਲਿਖਿਆ ਕਿ ਜਦੋਂ ਉੱਥੇ ਲੜਾਈ ਸ਼ੁਰੂ ਹੋਈ ਤੇ ਬਹਾਦਰ ਸ਼ਾਹ ਦੀਆਂ ਫੌਜਾਂ ਦੇ ਪੈਰ ਖਿਸਕਣੇ ਸ਼ੁਰੂ ਹੋ ਗਏ। ਇਹ ਸਿੱਖ ਕਹਿਣ ਲੱਗੇ ਕਿ ਚੰਗੀ ਬਣੀ, ਇੱਕ ਤਾਂ ਅਸੀਂ ਦੀ ਮਦਦ ਨੂੰ ਆਏ, ਹੁਣ ਤੇ ਸਾਡੀ ਆਪਣੀ ਪਤਾ ਨਹੀਂ ਬਚਾਅ ਹੁੰਦਾ ਕਿ ਨਹੀਂ ਹੁੰਦਾ। ਫਿਰ ਕਿਸੇ ਸਿੱਖ ਨੇ ਕਿਹਾ ਤੁਸੀਂ ਅਰਦਾਸ ਕਰੋ, ਗੁਰੂ ਸਾਹਿਬ ਨੇ ਕਿਹਾ ਸੀ ਗੁਰੂ ਬੌੜੀ ਕਰੇਗਾ। ਉਹ ਕਹਿੰਦੇ ਉਹਨਾਂ ਨੇ ਅਰਦਾਸ ਕੀਤੀ ਔਰ ਡਾਕਟਰ ਕਿਰਪਾਲ ਸਿੰਘ ਜੀ ਦੱਸਦੇ ਆ, ਔਰ ਮੈਂ ਬਾਕੀ ਦੀਆਂ ਕਿਤਾਬਾਂ ਵੀ ਪੜ੍ਹੀਆਂ ਉਸ ਵੇਲੇ ਦੀਆਂ, ਉਹਦੇ ਵਿੱਚ ਇਤਨੀ ਜ਼ਬਰਦਸਤ ਝੱਖੜ ਤੂਫਾਨ ਬਾਰਿਸ਼ ਔਰ ਹੋਇਆ ਕਿ ਦੁਸ਼ਮਣ ਦੇ ਖੇਮੇ ਦਾ ਸਭ ਕੁਝ ਉੱਜੜ ਗਿਆ, ਉਖੜ ਗਿਆ ਔਰ ਉਹਦੇ ਭਾਜਣਾ ਪੈ ਗਈਆਂ। ਉਸ ਵੇਲੇ ਇਹ 300 ਸਿੱਖ ਚਿੜੀ ਚੋਂ ਨਿਕਲਿਆ, ਇੱਕ ਸਿੱਖ ਨੇ ਤੀਰ ਮਾਰਿਆ, ਉਹਦਾ ਜਿਹੜਾ ਦੁਸ਼ਮਣ ਸੀ ਉਹਦੀ ਛਾਤੀ 'ਚ ਵੱਜਾ, ਉਹ ਉੱਥੋਂ ਡਿੱਗ ਪਿਆ। ਬਾਅਦ ਵਿੱਚ ਜਦੋਂ ਦੇਖਿਆ ਉਹ ਤੀਰ ਦੇ ਉੱਤੇ 1.25 ਤੋਲਾ ਸੋਨਾ ਲੱਗਾ ਸੀ, ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਦਿੱਤਾ ਹੋਇਆ ਤੀਰ ਸੀ, ਔਰ ਉਹ ਲੜਾਈ ਜਿੱਤੀ ਗਈ। ਔਰ ਇਸ ਤਰੀਕੇ ਦੇ ਨਾਲ, ਸੋ ਇਹ ਜਿਹੜੀ ਗਿਣਤੀ ਦੇ ਵਿੱਚ ਨਹੀਂ ਆਉਂਦਾ, ਗਿਣਤੀ 'ਚ ਕਰਕੇ ਕਦੀ ਵੀ ਨਹੀਂ ਹੁੰਦਾ, ਕਦੀ ਵੀ ਨਹੀਂ ਕਰ ਸਕਦਾ। ਇਹ ਡੈਮੋਕ੍ਰੇਸੀ ਦੇ ਪ੍ਰਿੰਸੀਪਲ ਨਾਲ ਨਹੀਂ ਚੱਲ ਸਕਦਾ ਕਿ ਜਿੱਧਰ ਵੋਟਾਂ ਜ਼ਿਆਦਾ ਹੋਣ ਅਸੀਂ ਫੈਸਲਾ ਕਰ ਲਵਾਂਗੇ, ਉੱਦਾਂ ਨਹੀਂ ਹੋ ਸਕਦਾ। ਇੱਥੇ ਤਾਂ 1.25 ਲੱਖ ਸੇ ਇੱਕ ਲੜਾਉਣ ਵਾਲੀ ਗੱਲ ਚੱਲਦੀ ਹੈ। ਦੇਖੋ ਆਖਰ ਦੇ ਵਿੱਚ ਮੈਂ ਉਹ ਜਿਹੜਾ ਇੱਕ ਮੰਜ਼ਰ ਸੀ ਸਰਹੰਦ ਵਾਲਾ, ਸਰਹੰਦ ਕਿਉਂਕਿ ਇੱਕ ਐਸੀ ਧਰਤੀ ਹੈ ਜਿੱਥੋਂ ਇੱਕ ਨਵੀਂ ਲੋ ਫੁੱਟਦੀ ਹੈ, ਜਿੱਥੋਂ ਸਾਨੂੰ ਉਹ ਚਿਣਗ ਮਿਲਦੀ ਹੈ ਕਿ ਜੇਕਰ ਸਰਦ ਰਾਤਾਂ ਦੇ ਵਿੱਚ ਉਹ ਝੇਲਿਆ ਜਾ ਸਕਦਾ ਹੈ, ਜਿੱਥੇ ਸਾਡੇ ਗੁਰੂ ਦੀ ਤਾਕਤ ਬਿਖਰ ਗਈ ਪੂਰੀ ਤਰ੍ਹਾਂ, ਪਰਿਵਾਰ ਬਿਖਰ ਗਿਆ, ਜਿਹੜੀ ਸ਼ਕਤੀ ਹੁੰਦੀ ਹੈ, ਗ੍ਰਹਿਸਤ ਦਾ ਸਭ ਤੋਂ ਵੱਡਾ ਨਿਜ਼ਾਮ ਹੈ, ਉੱਥੇ ਜੱਸਾ ਸਿੰਘ ਆਹਲੂਵਾਲੀਆ, ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਉਹ ਖੋਤੇ ਇਕੱਠੇ ਕਰਕੇ ਹਜ਼ਾਰਾਂ ਦੀ ਗਿਣਤੀ 'ਚ ਉਹਦੇ ਨਾਲ ਉਹਨੂੰ ਬਾਹ ਸੁੱਟਦੇ ਆ। ਇੱਕ ਵਾਰੀ ਫਿਰ ਜਿਹੜੀ ਜ਼ੁਲਮ ਦੀ ਇੱਕ ਤੰਦ ਬਖੇਰਤੀ ਜਾਂਦੀ ਆ। ਇਹ ਮਾਦਾ ਸੱਚੀਓ ਸਾਂਭਣਯੋਗ ਹੈ। ਇਹ ਤੁਰਨਾ ਚਾਹੀਦਾ ਸਾਡੇ ਸੀਨਿਆਂ 'ਚ ਸੀਨਾ ਬਸੀਨਾ। ਜੀ ਇਹ ਵੀ ਇੱਕ ਇਤਿਹਾਸ ਦਾ ਬੜਾ ਵੱਡਾ ਹੈ, ਪਰ ਉਸ ਦੀ ਗੱਲ ਕਰਨ ਤੋਂ ਪਹਿਲੇ, ਸਰਹੰਦ ਦੀ ਗੱਲ ਕਰਨ ਤੋਂ ਪਹਿਲੇ, ਸਿੱਖਾਂ ਦੇ ਹਿਰਦੇ ਵਿੱਚ ਜਿਹੜੀ ਸਰਹੰਦ ਦੀ ਤਸਵੀਰ ਉਕਰੀ ਹੋਈ ਹੈ, ਜਿਸ ਨੂੰ ਗੁਰਦਿੱਤ ਸਿੰਘ ਕੁੰਦਨ ਨੇ ਇੱਕ ਲਾਈਨ ਦੇ ਵਿੱਚ ਬਿਆਨ ਕੀਤਾ ਸੀ। ਉਹ ਕਹਿੰਦਾ ਰਿਹਾ ਗਿੱਠਾਂ ਨਾਲ ਪੁੱਤਾਂ ਦੀਆਂ ਮਿਣੇ ਪਿੰਨੀਆਂ, ਰਿਹਾ ਗਿੱਠਾਂ ਨਾਲ ਪੁੱਤਾਂ ਦੀਆਂ ਮਿਣੇ ਪਿੰਨੀਆਂ, ਚੋਜੀ ਅੱਖਾਂ ਸਾਹਵੇਂ ਨਕਸ਼ਾ ਦੀਵਾਰ ਦਾ ਰਿਹਾ। ਵਾਹ, ਇਹ ਹੈ ਨਕਸ਼ਾ। ਔਰ ਜਿਹਨੂੰ ਪ੍ਰਕਾਸ਼ ਸ਼ਿਮਲਵੀ ਨੇ ਕਿਹਾ ਸਰਹੰਦ ਚੋਂ ਸੁਨੇਹਾ ਮਿਲਿਆ ਕਿ ਲਾਲ ਟੁਰ ਗਏ, ਦੋਵੇਂ ਸ਼ਹੀਦ ਹੋ ਗਏ ਨੇ ਨੌ ਨਿਹਾਲ ਟੁਰ ਗਏ, ਸੂਬੇ ਨੇ ਕੰਧ ਅੰਦਰ ਦੋਵੇਂ ਨਪੀੜ ਦਿੱਤੇ, ਕੋਮਲ ਸਰੀਰ ਇੱਟਾਂ ਦੇ ਵਿੱਚ ਪੀੜ ਦਿੱਤੇ। ਸੁਣ ਕੇ ਇਹ ਗੱਲ ਸਾਰੀ ਉਹ ਮੁਸਕਰਾ ਕੇ ਉੱਠਿਆ, ਉਸ ਬਾਦਸ਼ਾਹ ਨੇ ਨੂਰੇ ਦੇ ਕੋਲ ਆ ਕੇ ਪੁੱਛਿਆ, ਤੂੰ ਰੂਬਰੂ ਸੈਂ ਉੱਥੇ, ਕੋਈ ਗੱਲ ਨਾ ਲੁਕਾਈ ਤੇ ਸਾਫ਼-ਸਾਫ਼ ਦੱਸੀ, ਕੋਈ ਕਹਿਰ ਨਾ ਕਮਾਈ, ਕੋਈ ਹਿੰਜ ਤੇ ਨਾ ਕੇਰੀ, ਕੋਈ ਆਹ ਤੇ ਨਾ ਕੱਢੀ, ਲਾਲਾ ਨੇ ਕਿਧਰੇ ਉੱਚੀ, ਕੋਈ ਸਾਹ ਤੇ ਨਾ ਕੱਢੀ। ਤੇਸੀ ਦੇ ਨਾਲ ਲੱਗੀ ਜਦ ਸੱਟ ਸੀ ਕਰਾਰੀ, ਮੇਰੇ ਫਤਿਹ ਨੇ ਉੱਚੀ, ਕੋਈ ਚੀਖ ਤੇ ਨਾ ਮਾਰੀ। ਇਹ ਕਹਿਣ ਦਾ ਵੀ ਅੰਦਾਜ਼ ਵੱਖਰਾ ਸੀ, ਜੋ ਉਸ ਨੇ ਵਜਾਇਆ ਉਹ ਸਾਜ਼ ਵੱਖਰਾ ਸੀ। ਸਰਹੰਦ ਸਿੱਖਾਂ ਦੇ ਸੀਨੇ ਵਿੱਚ ਵਸਦਾ ਹੈ, ਸਰਹੰਦ ਸਿੱਖੀ ਦੇ ਨਾਲ ਜੁੜਿਆ, ਔਰ ਉਸ ਸਰਹੰਦ ਬਾਰੇ ਤੁਸੀਂ ਹੈਰਾਨ ਹੋਵੋਗੇ, ਜਦੋਂ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ ਸੀ, ਸਰਹੰਦ ਦੀ ਰੁਤਬਾ, ਸਰਹੰਦ ਦਾ ਰੁਤਬਾ, ਸਰਹੰਦ ਦੀ ਬੁਲੰਦੀ ਕੈਸੀ ਹੋਏਗੀ, ਕਿਉਂਕਿ ਉਹ ਨਕਸ਼ਬੰਦੀਆਂ ਦਾ ਕੇਂਦਰ ਸੀ ਜੀ, ਸ਼ੇਖ ਅਹਿਮਦ ਸਰਹੰਦੀ ਦਾ ਕੇਂਦਰ ਸੀ, ਔਰ ਉੱਥੇ 350 ਮਸਾਜਿਦ ਸਨ ਜੀ, ਮਸੀਤਾਂ ਸਨ, 350 ਮਸੀਤਾਂ ਸਨ। और किया जाता है कि नेकी वो शय है जो कभी छुट नहीं सकती, सरहंद तो लुट सकता है, ये कभी लुट नहीं सकती। यानी सरहंद दा लुटना इदा ही है जिवें को कह दे सूरज पूरब दी बजाय पश्चिम चोग पिया, नामुमकिन सी। पर ਉਹ ਜਿਹੜੀ ਅੱਗ ਬਲ ਰਹੀ ਸੀ ਸਿੱਖਾਂ ਦੇ ਹਿਰਦੇ ਦੇ ਵਿੱਚ, ਜਦੋਂ ਬਾਬਾ ਬੰਦਾ ਬਹਾਦਰ ਆਏ ਹੈ ਔਰ ਉਹਨਾਂ ਨੇ ਸਰਹੰਦ ਨੂੰ ਇੱਟ ਦੇ ਨਾਲ ਇੱਟ ਖੜਕਾਤੀ, ਪਰ ਫਿਰ ਵੀ ਆਪਣਾ ਫਰਜ਼ ਕਾਇਮ ਰੱਖਿਆ। ਉਹ ਜਿਹੜੀ ਮਜ਼ਾਰ ਸੀ ਸਰਹੰਦੀ ਦੀ, ਉਹ ਜਿਹੜਾ ਉਹਨਾਂ ਦਾ ਰੋਜ਼ਾ ਸ਼ਰੀਫ ਸੀ, ਉਹਨੂੰ ਨਹੀਂ ਛੇੜਿਆ, ਉਹਨੂੰ ਨਹੀਂ ਉਹਨਾਂ ਨੇ ਟੱਚ ਕੀਤਾ, ਉਸੇ ਤਰ੍ਹਾਂ ਰਿਹਾ। ਔਰ ਉਸ ਦੇ ਬਾਅਦ
ਇਤਿਹਾਸ ਦੇ ਵਿੱਚ ਹੈ ਕਿ ਇਸ ਨੂੰ ਗੁਰੂ ਮਾਰੀ ਸਰਹੰਦ ਕਿਹਾ ਜਾਂਦਾ ਸੀ। ਉਹਦੀ ਇੱਕ ਇੱਟ ਲੈ ਕੇ ਸਰਸਾ ਦੇ ਵਿੱਚ ਸਿੱਖ ਸੁੱਟਦੇ ਸੀ। ਇਹ ਵੀ ਹੈ ਕਿ ਪੁਰਾਣੇ ਛਿੱਤਰ ਲੈ ਕੇ ਉੱਥੇ ਉਸ ਨੂੰ ਮਾਰਿਆ ਜਾਂਦਾ ਸੀ। ਤਾਂ ਇਹ ਸਾਰਾ ਇਤਿਹਾਸ ਜਿਹੜੇ ਸਿੰਬੋਲਿਕ ਸੀਗਾ। ਤੇ ਜਿਸ ਵੇਲੇ ਨਾਦਰ ਸ਼ਾਹ ਨੇ ਹਮਲਾ ਕੀਤਾ, ਸਰਹੰਦ ਉਜਾੜ ਸੀ, ਮਗਰ ਉਸ ਵੇਲੇ ਸਰਹੰਦ ਨੂੰ ਮਹਾਰਾਜਾ ਪਟਿਆਲਾ ਜੋ ਉਸ ਵੇਲੇ ਸਨ, ਉਹਨਾਂ ਨੇ ਆਪਣੇ ਰਾਜ ਵਿੱਚ ਅਬਦਾਲੀ ਦੇ ਨਾਲ ਕਰਕੇ ਤੇ ਉਹਦੇ ਨਾਲ ਜੋੜ ਲਈ ਜੀ। ਇਹ ਹੁਣ ਪਟਿਆਲਾ ਰਿਆਸਤ ਦੇ ਅਧੀਨ ਹੋ ਗਈ। ਮਗਰ ਜਦੋਂ ਫਿਰ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਕਿਸੇ ਨੇ ਕਿਹਾ ਕਿ ਸਰਦਾਰ ਸਾਹਿਬ, ਜਥੇਦਾਰ ਜੀ, ਇਹ ਗੁਰੂ ਦਾ ਬਚਨ ਸੀ ਕਿ ਸਰਹੰਦ ਨੂੰ ਖੋਤਿਆਂ ਨਾਲ ਹਲ ਚਲਾਇਆ ਜਾਏਗਾ। ਸਰਦਾਰ ਜੱਸਾ ਸਿੰਘ ਕਹਿਣ ਲੱਗੇ, ਮੈਨੂੰ ਨਹੀਂ ਪਤਾ ਕਿ ਇਹ ਹੋਇਆ ਕਿ ਨਹੀਂ ਹੋਇਆ, ਪਰ ਕਿਧਰੇ ਹੋਇਆ ਹੋਏ ਗੁਰੂ ਦਾ ਬਚਨ ਨਾ ਖਾਲੀ ਲੈ ਜਾਏ। ਉਹਨਾਂ ਨੇ ਇੱਕ ਅਪੀਲ ਕੀਤੀ ਕਿ ਸਾਰੇ ਪੰਜਾਬ ਚੋਂ ਖੋਤੇ ਲੈ ਕੇ ਆਓ ਜੀ। ਔਰ ਉਹ ਡਾਕਟਰ ਗੰਡਾ ਸਿੰਘ ਜੀ ਨੇ ਵੀ ਲਿਖਿਆ, ਕਹਿੰਦੇ ਉਸ ਵੇਲੇ ਬੱਚੇ, ਬੁੱਢੇ, ਔਰਤਾਂ, ਮਰਦ ਸਾਰੇ ਜੋ ਜਿਹਦੇ ਕੋਲ ਸੀ, ਕੋਈ ਜੋ ਜਿਹੜਾ ਔਜ਼ਾਰ ਸੀ, ਕੋ ਕਹੀਆਂ ਸੀ, ਕੋ ਬੇਲਚੇ ਸੀ, ਕੋ ਕੁਝ ਬਾਲਟੀਆਂ ਸੀ, ਕੋ ਕੁਝ ਸੀ, ਉਹ ਖੋਤੇ ਟੱਟੂ ਸਭ ਲੈ ਕੇ ਆਏ ਔਰ ਪੂਰੇ ਸਰਹੰਦ ਨੂੰ ਖੋਤਿਆਂ ਦੇ ਨਾਲ ਹਲ ਵਾਇਆ ਗਿਆ, ਬਰਾਬਰ ਕਰ ਦਿੱਤਾ ਗਿਆ। ਉਹ ਸਰਹੰਦ ਬਰਾਬਰ ਹੋ ਗਈ। ਔਰ ਕਿਹਾ ਜਾਂਦਾ ਹੈ ਕਿ ਉਹ ਜਿਹੜਾ ਮਲਬਾ ਸੀ, ਉਹ ਜਿਹੜੀ ਮੌਜੂਦਾ ਰੇਲਵੇ ਲਾਈਨ ਹੈ, ਉਹ ਅੰਬਾਲੇ ਤੋਂ ਲੁਧਿਆਣੇ ਤੱਕ, ਉਸ ਲਾਈਨ ਦੇ ਥੱਲੇ ਉਹ ਸਰਹੰਦ, ਗੁਰੂ ਮਾਰੀ ਸਰਹੰਦ ਦਾ ਉਹ ਮਲਬਾ ਉਸ ਦੇ ਥੱਲੇ ਹੈ। ਇਹ ਸਾਡਾ ਛੋਟਾ ਜਿਹਾ ਇਤਿਹਾਸ, ਛੋਟੀ ਜਿਹੀ ਕੌਮ ਦਾ ਇਤਿਹਾਸ। ਪਰ ਜਿਵੇਂ ਮੈਨੂੰ ਕਹਿਣ ਵਿੱਚ ਕੋਈ ਦਿੱਕਤ ਨਹੀਂ ਹੈਗੀ ਕਿ ਜਦੋਂ ਗੁਰੂ ਤੇਗ ਬਹਾਦਰ ਜੀ ਦਾ 300 ਸਾਲਾ ਸ਼ਹੀਦੀ ਪੁਰਬ ਸੀ, ਰਾਮਲੀਲਾ ਗਰਾਊਂਡ, ਬੜੀ ਵੱਡੀ ਤਾਦਾਦ ਵਿੱਚ ਸੰਗਤ ਸੀ, ਬੜੀ ਵੱਡੀ। ਉੱਥੇ ਸ਼੍ਰੀਮਤੀ ਇੰਦਰਾ ਗਾਂਧੀ ਆਈ ਸੀ ਔਰ ਉਸਨੇ ਆ ਕੇ ਕਿਹਾ ਸੀ ਕਿ ਅਗਰ ਮੈਨੂੰ ਪਤਾ ਹੁੰਦਾ ਕਿ ਇੰਨੀ ਸੰਗਤ ਹੈ, ਮੈਂ ਆਪਣੀ ਦੁਰਬੀਨ ਲੈ ਕੇ ਆਣੀ ਸੀ। ਤਾਂ ਉਸ ਵੇਲੇ ਪ੍ਰਿੰਸੀਪਲ ਸਤਵੀਰ ਸਿੰਘ ਜੀ ਨੇ ਕਿਹਾ ਸੀ ਕਿ ਉਹ ਕਹਿਣ ਲੱਗੇ, ਪ੍ਰਧਾਨ ਮੰਤਰੀ ਜੀ, ਸਾਡੀ ਦਿੱਕਤ ਇਹ ਹੈ, ਸਾਨੂੰ ਜਿਹੜਾ ਦੇਖਦਾ ਦੁਰਬੀਨ ਨਾਲ ਦੇਖਦਾ, ਸਾਨੂੰ ਕਦੀ ਨਜ਼ਦੀਕੋਂ ਹੋ ਕੇ ਵੀ ਦੇਖਣ ਦੀ ਕੋਸ਼ਿਸ਼ ਕਰੋ ਕਿ ਅਸੀਂ ਕੀ ਹੈਗੇ। ਕਮਾਲ ਹੈ, ਕਮਾਲ ਹੈ, ਕਮਾਲ ਹੈ। ਔਰ ਮੈਂ ਮਹਿਸੂਸ ਕਰਦਾ ਹਾਂ ਕਿ ਜੇਕਰ ਇਸ ਇਤਿਹਾਸ ਨੂੰ ਮੁੜ ਕੇ ਫਰੋਲਿਆ ਜਾਵੇ, ਪੜ੍ਹਿਆ ਜਾਵੇ, ਸਿੱਖ ਫਲਸਫੇ ਨੂੰ ਸਮਝਣ ਲਈ ਗੁਰਬਾਣੀ ਨੂੰ ਵਿਚਾਰਿਆ ਜਾਵੇ, ਤੇ ਸ਼ਾਇਦ ਸਾਡੇ ਬਹੁਤ ਸਾਰੇ ਜਿੰਨੇ ਸੰਕਟ ਨੇ, ਮੁਸ਼ਕਲਾਂ ਨੇ, ਉਹ ਆਪ ਮੂਹਰੇ ਹੋ ਜਾਣਗੀਆਂ। ਸੋ ਇਹ ਹੱਲ ਕੀਤੇ ਜਾ ਸਕਦੇ ਆ ਮਸਲੇ। ਉਹ ਵੱਖਰੀ ਗੱਲ ਆ ਕਿ ਅਸੀਂ ਇਤਿਹਾਸ ਵੱਲ ਪਿੱਠ ਕਰਕੇ ਹੋਰ ਦਿਸ਼ਾਵਾਂ ਵੱਲ ਤੁਰੇ ਆ। ਲਾਂਬਾ ਸਾਹਿਬ, ਬੜਾ ਸਮਾਂ ਹੋ ਗਿਆ ਤੁਹਾਡੀ, ਅਸੀਂ ਬੜੀ એનર્ਜੀ ਲੈ ਲਈ ਹੈ, ਲੇਕਿਨ ਸਾਨੂੰ ਬੜੀ એનર્ਜੀ ਮਿਲੀ ਜੇ। ਮੈਂ ਬਹੁਤ ਮਸ਼ਕੂਰ ਹਾਂ ਕਿ ਤੁਸੀਂ ਸਮਾਂ ਕੱਢਦੇ ਹੋ ਔਰ ਤੁਸੀਂ ਐਵੇਂ ਹੀ ਇਤਿਹਾਸ ਦਾ ਅਧਿਐਨ ਤੇ ਸਿੱਖੀ ਦੇ ਨਾਲ ਜੁੜਨ ਵਾਲੀ ਜਿਹੜੀ ਤਰੀਕਾਕਾਰ, ਇਹਨੂੰ ਅਪਣਾਈ ਰੱਖੋ ਔਰ ਅਸੀਂ ਇਹ ਸਰਵਿਸਿਸ ਲਈ ਬੇਨਤੀ ਪਾਉਂਦੇ ਰਵਾਂਗੇ। ਬਹੁਤ ਮਿਹਰਬਾਨੀ। ਮੈਂ ਰੰਧਾਵਾ ਸਾਹਿਬ, ਮੈਂ ਤੁਹਾਡੀ એનર્ਜੀ ਵਧੀ ਕਿ ਨਹੀਂ, ਮੇਰੀ ਜ਼ਰੂਰ ਵੱਧ ਗਈ ਹੈ, ਕਿਉਂਕਿ ਮੈਂ ਤੁਹਾਨੂੰ ਨਹੀਂ, ਆਪਣੇ ਆਪ ਨੂੰ ਸੁਣਾਇਆ ਹੈਗਾ ਸਾਰਾ ਕੁਝ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।